ਜਿਵੇਂ ਕਿ ਸਿੱਖ ਰਹੇ ਹਾਂ ਕਿ ਵਚਨ ਦੱਸਦਾ ਕਿ ਜਿਹੜਾ ਵਿਵਸਥਾ ਨੂੰ ਸੁਣਨ ਤੋਂ ਕੰਨ ਫੇਰਦਾ, ਪਰਮੇਸ਼ਵਰ ਦਾ ਵਚਨ ਦੱਸਦਾ ਕਿ ਮੈਨੂੰ ਉਹਦੀ ਪ੍ਰਾਰਥਨਾ ਵੀ ਕੀ ਲੱਗਦੀ ਹੈ, ਘਿਨਾਉਣੀ ਲੱਗਦੀ ਹੈ। ਹਾਲੇਲੂਇਆ। ਸੋ ਉਹਦਾ ਮਤਲਬ ਸਿੱਧਾ ਸਿੱਧਾ ਕਿ ਜਿਹੜਾ ਪਰਮੇਸ਼ਵਰ ਦੀ ਨਹੀਂ ਸੁਣਦਾ, ਫਿਰ ਪਰਮੇਸ਼ਵਰ ਦੀ ਕਿਉਂ ਸੁਣੇ। ਸੋ ਪਰਮੇਸ਼ਵਰ ਚਾਹੁੰਦਾ ਹੈ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ ਸੁਣੇ, ਤੇ ਫਿਰ ਜ਼ਰੂਰੀ ਹੈ ਵੀ ਅਸੀਂ ਵੀ ਪਰਮੇਸ਼ਵਰ ਦੀ ਸੁਣੀਏ। ਹਾਲੇਲੂਇਆ। ਸੋ ਜਿਹੜਾ ਚਾਹੁੰਦਾ ਹੈ ਕਿ ਪਰਮੇਸ਼ਵਰ ਉਹਦੀ ਸੁਣੇ, ਸੋ ਇਹਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਜਿਹੜਾ ਮੇਨ ਪੁਆਇੰਟ ਦੇਖਿਆ ਸੀਗਾ, ਉਹ ਦੇਖਿਆ ਸੀਗਾ ਕਿ ਉਹਦੀ ਜਿਹੜੀ ਇੱਛਾ ਆ ਉਹਦੇ ਗਿਆਨ ਦੇ ਨਾਲ ਭਰਪੂਰ ਹੋਣਾ ਹੈ। ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਨਾਲ। ਹਾਲੇਲੂਇਆ। ਇੱਕ ਸਾਡੀ ਇੱਛਾ ਦਾ ਗਿਆਨ ਹੈ ਤੇ ਇੱਕ ਕਿਹਦੀ ਗਿਆਨ ਹੈ ਭਲਾ? ਪਰਮੇਸ਼ਵਰ। ਇੱਕ ਤੇ ਪਰਮੇਸ਼ਵਰ ਦੀ ਇੱਛਾ ਹੈ, ਇੱਕ ਪਰਮੇਸ਼ਵਰ ਦੀ ਇੱਛਾ ਦਾ ਗਿਆਨ ਹੈ। ਸੋ ਅੱਜ ਕਈ ਵਾਰੀ ਅਸੀਂ ਆਪਣੀ ਇੱਛਾ ਦਾ ਗਿਆਨ ਇਕੱਠਾ ਕਰਕੇ ਉਸ ਗਿਆਨ ਨੂੰ ਅਸੀਂ ਪਰਮੇਸ਼ਵਰ ਦਾ ਗਿਆਨ ਸਮਝਣ ਦੀ ਭੁੱਲ ਕਰ ਬੈਠੇ ਹਾਂ। ਅੱਜ ਤੁਸੀਂ ਦੇਖ ਰਹੇ ਹੋ ਕਿ ਇੱਕ ਸੈਲਾਬ ਜਿਹਾ ਆਇਆ ਹੋਇਆ ਆ ਸੋਸ਼ਲ ਮੀਡੀਆ ਦੇ ਉੱਤੇ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਸੁਣਾਉਣ ਦਾ। ਔਰ ਜੇ ਪਿਛਲੇ ਸਮਿਆਂ ਦੇ ਨਾਲ ਤੁਲਨਾ ਕੀਤੀ ਜਾਵੇ ਤੇ ਇਹਨਾਂ ਪਿਛਲੇ ਕੁਝ ਸਮਿਆਂ ਦੇ ਵਿੱਚ ਬਹੁਤਾਇਤ ਦੇ ਨਾਲ ਜਿਹੜਾ ਆ ਉਹ ਵਚਨ ਦੁਨੀਆ ਦੇ ਵਿੱਚ ਫੈਲ ਰਿਹਾ ਹੈ। ਔਰ ਐਸੀ ਵੀ ਨਹੀਂ ਗੱਲ ਕਿ ਜਿੱਥੇ ਸੁਣਾਉਣ ਵਾਲਿਆਂ ਦੀ ਹਨੇਰੀ ਆਈ ਹੋ ਤੇ ਸੁਣਨ ਵਾਲਿਆਂ ਦੀ ਵੀ ਹਨੇਰੀ ਆਈ ਹੋਈ ਹੈ। ਸੋ ਸੁਣਾਉਣ ਵਾਲਿਆਂ ਦੀ ਇਸ ਹਨੇਰੀ ਦੇ ਵਿੱਚ ਲੋਕੀ ਸੁਣਨ ਦੇ ਲਈ ਵੀ ਤਿਆਰ ਆ, ਔਰ ਵਿਚਾਰੇ ਫਸੇ ਇਸ ਚੀਜ਼ ਦੇ ਉੱਤੇ ਹੋਏ ਵੀ ਸੁਣੀਏ ਕਿਹਨੂੰ। ਹਾਂਜੀ, ਹੁਣ ਚੱਕਰ ਕੀ ਪੈ ਗਿਆ ਭਲਾ? ਸੁਣੀਏ ਕਿਹਨੂੰ। ਮਿਸਾਲ ਦੇ ਤੌਰ ਦੇ ਉੱਤੇ ਇੱਕ ਸਮਾਂ ਸੀਗਾ ਜਦੋਂ ਦੂਰਦਰਸ਼ਨ ਕੇਂਦਰ ਹੀ ਚੱਲਦਾ ਹੁੰਦਾ ਸੀ, ਹੈਨਾ, ਤੇ ਉਹਦੇ ਉੱਤੇ ਅਸੀਂ ਇੰਤਜ਼ਾਰ ਕਰਦੇ ਹੁੰਦੇ ਸੀ। ਹੁਣ ਜੀ ਉਹ ਜੀ ਆਪਣੇ ਗਾਣੇ ਦਾ ਪ੍ਰੋਗਰਾਮ ਹੋਣਾ ਜੀ, ਹੁਣ ਜੀ ਖਬਰਾਂ ਆਉਣੀਆਂ ਜੀ, ਤੇ ਹੁਣ ਜੀ ਫਿਲਮ ਆਉਣੀ ਹੈ ਜੀ, ਤੇ ਉਹ ਇੱਕੋ ਹੀ ਚੈਨਲ ਹੁੰਦਾ ਸੀ ਤੇ ਉਹਨੂੰ ਲੋਕਾਂ ਨੇ ਖੋਲ੍ਹਣਾ ਹੁੰਦਾ ਤੇ ਉਹਦੀ ਇੰਤਜ਼ਾਰ 'ਚ ਲੋਕੀ ਬੈਠੇ ਹੁੰਦੇ ਤੇ ਸੁਣਨ ਵਾਲਿਆਂ ਨੂੰ ਪਤਾ ਹੁੰਦਾ ਕਿਹੜੇ ਟਾਈਮ ਤੇ ਕਿਹੜਾ ਪ੍ਰੋਗਰਾਮ ਆਉਣਾ ਹੈ। ਤੇ ਹੁਣ ਨਾ ਪੇਸ਼ ਕਰਨ ਵਾਲਿਆਂ ਨੂੰ ਪਤਾ ਕਿਹੜੇ ਟਾਈਮ ਤੇ ਕੀ ਆਉਣਾ, ਤੇ ਨਾ ਹੀ ਸੁਣਨ ਵਾਲੇ ਉਹ ਵਿਚਾਰੇ ਚੈਨਲ ਨੂੰ ਖੋਲਦੇ ਆ ਤੇ ਹੁਣ ਸਮਝ ਨਹੀਂ ਆਉਂਦੀ ਵੀ ਕਿੱਥੇ ਜਾ ਕੇ ਠਹਿਰਾਓ ਕਰੀ, ਹਨਾ। ਉਹ ਕਈ ਵਾਰੀ 5-6 ਚੈਨਲਾਂ ਤੇ ਵੱਖਰੇ ਵੱਖਰੇ ਫਿਲਮਾਂ ਲੱਗੀਆਂ ਹੁੰਦੀਆਂ। ਉਹ ਇੱਕ ਪਾਸੇ ਉਹ ਕਹਿੰਦੇ ਅਜੇ ਦੇਵਗਨ ਨੂੰ ਦੇਖ ਰਹੇ, ਦੂਜੇ ਪਾਸੇ ਕਹਿੰਦੇ ਨੇ ਸ਼ਾਹਰੁਖ ਖਾਨ ਦੇਖ ਲਈਏ। ਉਹ ਪੂਰਾ ਕੋਈ ਵੀ ਨਹੀਂ ਦੇਖਿਆ ਜਾਂਦਾ ਉਹਨਾਂ ਦੇ ਕੋਲ। ਤੇ ਬਾਅਦ ਚ ਐਂਡ ਤੇ ਜਾ ਕੇ 2 ਘੰਟੇ ਬਾਅਦ ਮੈਂ ਪੁੱਛੋ ਫਿਲਮ ਕਿਹੜੀ ਦੇਖੀ, ਤੇ ਉਹਨਾਂ ਇਹ ਵੀ ਚੇਤਾ ਹੁੰਦਾ ਕਿਹੜੀ ਦੇਖੀ। ਹਾਂਜੀ, ਸਹੀ ਗੱਲ ਹੈ। ਕਿਉਂ ਭਲਾ ਏਦਾਂ ਹੋ ਰਿਹਾ? ਕਿਉਂਕਿ ਚੈਨਲਾਂ ਦੀ ਬਾੜ ਆ ਗਈ ਹੈ ਨਾ। ਚੈਨਲ ਜ਼ਿਆਦਾ ਹੋ ਗਏ ਤੇ ਬੰਦੇ ਨੂੰ ਖੋਲਦੇ ਵਕਤ ਵੀ ਕਈ ਵਾਰੀ ਉਹਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਖੋਲਾਂ ਤੇ ਕਿਹੜਾ ਨਾ ਖੋਲਾਂ, ਕਿਹਨੂੰ ਸੁਣਾ ਤੇ ਕਿਹਨੂੰ ਨਾ ਸੁਣਾ। ਤੇ ਅੱਜ ਵੀ ਹਾਲਤ ਐਸੀ ਹੋ ਚੁੱਕੀ ਹੈ ਕਿ ਲੋਕਾਂ ਨੂੰ ਇਹ ਵੀ ਨਹੀਂ ਸਮਝ ਆਉਂਦਾ। ਕਿਉਂਕਿ ਜੇ ਮੈਂ ਬੜੀ ਵਾਰ ਦੱਸਿਆ, ਜੇ ਤੇ ਗਿਆਨ ਦੀ ਗੱਲ ਕਰੀਏ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਵੀ ਗਿਆਨ ਦੀ ਸੰਸਾਰ ਦੇ ਵਿੱਚ ਕੋਈ ਵੀ ਕਮੀ। ਬੜੇ ਬੜੇ ਆਲਾ ਗਿਆਨ ਸੁਣਾਉਣ ਵਾਲੇ ਲੋਕ ਬੈਠੇ ਆ, ਲੇਕਿਨ ਉਹ ਜੋ ਦੱਸਦੇ ਆ ਉਸ ਗਿਆਨ ਤੋਂ ਜ਼ਿੰਦਗੀ ਬਿਲਕੁਲ ਖੋਖਲੀ ਹੈ। ਸਿਰਫ ਗਿਆਨ ਹੀ ਗਿਆਨ ਹੈ, ਜਿੱਦਾਂ ਸਟੇਜ ਤੋਂ ਉਤਰਦੇ ਆ ਗਿਆਨ ਗੁਣ ਵਾਲਾ ਕੋਈ ਕੰਮ ਰਹਿੰਦਾ ਜੀਵਨ ਦੇ ਵਿੱਚ ਨਹੀਂ ਹੈ। ਸੋ ਵਚਨ ਦੇ ਅਨੁਸਾਰ ਕੋਈ ਪਰਫੈਕਟ ਨਹੀਂ ਹੈ, ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਹੈ। ਵਚਨ ਦੇ ਅਨੁਸਾਰ ਕੋਈ ਵੀ ਪਰਫੈਕਟ ਨਹੀਂ ਹੈ, ਲੇਕਿਨ ਕੋਸ਼ਿਸ਼ ਫਿਰ ਵੀ ਇਹ ਹੋਣੀ ਚਾਹੀਦੀ ਵੀ ਜੇ ਅਸੀਂ 100% ਆਪਣੇ ਨੂੰ ਨਹੀਂ ਨਾ ਦਿਖਾ ਸਕਦੇ ਤੇ ਘੱਟੋ ਘੱਟ 90 ਤੱਕ ਤੇ ਪਹੁੰਚੀਏ। ਹਾਂਜੀ, ਜੇ 100 ਨਹੀਂ ਦਿਖਾ ਸਕਦੇ ਤੇ ਘੱਟੋ ਘੱਟ 90 ਤੱਕ ਪਹੁੰਚੀਏ। ਲੇਕਿਨ ਹਾਲਾਤ ਐਸੇ ਆ ਕਿ ਗਿਆਨ ਦੀ ਗੱਲ ਕਰੀਏ ਤੇ ਉਹ ਮਤਲਬ ਕੋਈ ਉਹਦਾ ਜਵਾਬ ਨਹੀਂ। ਪਰ ਗਿਆਨ ਦੇ ਨਾਲ ਜਿਹੜਾ ਲੋਕਾਂ ਨੂੰ ਦੱਸਿਆ ਜਾ ਰਿਹਾ ਗਿਆਨ, ਉਹਦੇ ਮੁਤਾਬਕ ਜਦੋਂ ਉਹਨਾਂ ਦੀ ਆਪਣੇ ਜੀਵਨ ਨੂੰ ਦੇਖੀਏ ਤੇ ਫਿਰ ਉਹ 90% ਤੇ ਛੱਡੋ, ਉਹ 9% ਵੀ ਨਹੀਂ ਪਾਇਆ ਜਾਂਦਾ। ਤੇ ਕਈ ਲੋਕ ਫਿਰ ਵਿਚਾਰੇ ਪਹਿਲਾਂ ਤੇ ਬੜੇ ਲਾਲਸਾ ਦੇ ਨਾਲ ਤੇ ਬੜੇ ਚਾਅ ਦੇ ਨਾਲ ਇਹੋ ਜਿਹੇ ਸੇਵਕਾਂ ਨੂੰ ਸੁਣਦੇ ਆ, ਪਰ ਜਦੋਂ ਫਿਰ ਉਹਨਾਂ ਤੱਕ ਇਹ ਗੱਲਾਂ ਪਹੁੰਚਦੀਆਂ ਤੇ ਫਿਰ ਉਹਨਾਂ ਦਾ ਮਨ ਇੱਕਦਮ ਟੁੱਟ ਜਾਂਦਾ ਹੈ। ਔਰ ਮਨ ਟੁੱਟਣ ਦੇ ਨਾਲ ਉਹ ਸਿਰਫ ਸੇਵਕ ਨੂੰ ਨਹੀਂ ਛੱਡਦੇ ਜਾਂ ਸੇਵਕ ਨੂੰ ਨਹੀਂ ਬਦਲਦੇ, ਉਹ ਪ੍ਰਭੂ ਯਿਸੂ ਮਸੀਹ ਨੂੰ ਵੀ ਛੱਡ ਜਾਂਦੇ ਆ ਤੇ ਆਪਣਾ ਰੱਬ ਵੀ ਬਦਲ ਲੈਂਦੇ ਆ। ਔਰ ਇਹਦੇ 'ਚ ਨੁਕਸਾਨ ਭਲਾ ਕੌਣ ਕਰ ਰਿਹਾ? ਇਹ ਉਹ ਲੋਕ ਜਿਨ੍ਹਾਂ ਨੇ ਗਿਆਨ ਨੂੰ ਤੇ ਹਾਸਲ ਕੀਤਾ ਬੜੇ ਵੱਡੇ ਪੈਮਾਨੇ ਤੇ, ਬਹੁਤ ਉੱਚੇ ਪੈਮਾਨੇ ਤੇ ਗਿਆਨ ਹਾਸਲ ਕਰ ਲਿਆ, ਲੇਕਿਨ ਉਸ ਗਿਆਨ ਦੇ ਮੁਤਾਬਕ ਆਪਣਾ ਨਮੂਨਾ ਨਹੀਂ ਦੇ ਸਕੇ। ਅੱਜ ਇੱਕ ਬੜੀ ਸ਼ਰਮਨਾਕ ਕਲਿੱਪ ਮੈਨੂੰ ਕਿਸੇ ਨੇ ਭੇਜੀ ਆ, ਉਹਨੂੰ ਸੁਣ ਕੇ ਬੜਾ ਅਫਸੋਸ ਹੁੰਦਾ।
ਔਰ ਅਸੀਂ ਬੜੇ ਦੇਰ ਤੋਂ ਇਹ ਫੈਸਲਾ ਲਿਆ ਸੀਗਾ ਕਿ ਅਸੀਂ ਨਾਮ ਲੈ ਕੇ ਜਾਂ ਵੈਸੇ ਵੀ ਕਿਸੇ ਦੀ ਵਿਰੋਧਤਾ ਕੱਲ੍ਹ ਹੀ ਕਰੀਏ, ਛੱਡੋ ਆਪਣਾ ਕੰਮ ਕਰਦੇ ਹਾਂ। ਪਰ ਜਦੋਂ ਇਦਾਂ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਫਿਰ ਲੋਕਾਂ ਨੂੰ ਕਈ ਵਾਰੀ ਅਗਾਹ ਕਰਨ ਦੇ ਲਈ, ਸਾਵਧਾਨ ਕਰਨ ਦੇ ਲਈ ਥੋੜ੍ਹਾ ਬਹੁਤ ਤੁਹਾਡਾ ਟੱਚ ਕਰਾਉਣਾ ਪੈਂਦਾ ਆ। ਸੋ ਅੱਜ ਕਿਸੇ ਨੇ ਵੀਡੀਓ ਪਾਈ ਸੀਗੀ ਬਰਜਿੰਦਰ ਸਿੰਘ ਦੀ, ਮੁੰਬਈ ਤੋਂ ਕੋਈ ਆਪਣੀ ਭੈਣ ਨੂੰ ਲੈ ਕੇ ਆਉਂਦਾ ਹੈ ਉੱਥੇ, ਸੁਣ ਕੇ ਉਹਦੇ ਬਾਰੇ 'ਚ, ਔਰ ਵਿਚਾਰੇ ਆਪਣਾ ਸਭ ਕੁਝ ਵੇਚ-ਵੂਚ ਕੇ ਲੱਖ ਰੁਪਏ ਦਾ ਇੰਤਜ਼ਾਮ ਕਰਕੇ ਕਿਸੇ ਤਰ੍ਹਾਂ ਆਉਂਦੇ ਆ। ਔਰ ਉਹ ਲੱਖ ਰੁਪਈਆ ਸਾਡੇ ਬਾਬਾ ਜੀ ਲੈ ਲੈਂਦੇ, ਕਿਉਂਕਿ ਇਹੋ ਜਿਹੇ ਬੰਦੇ ਨੂੰ ਮੈਂ ਤੇ ਨਹੀਂ ਕਹਿੰਦਾ ਵੀ ਸੇਵਕ ਵੀ ਕਹਿਣਾ ਚਾਹੀਦਾ। ਜੇ ਪਾਸਟਰ ਕਹੀਏ ਤੇ ਪਾਸਟਰ ਦੀ ਤੋਹੀਨ ਆ, ਕਿਉਂਕਿ ਪਾਸਟਰ ਇੱਕ ਬਹੁਤ ਰਿਸਪੈਕਟਫੁਲ ਤੇ ਇੱਜ਼ਤਦਾਰ ਸ਼ਬਦ ਹੈ, ਤੇ ਸੇਵਕ ਵੀ ਨਹੀਂ ਅਸੀਂ ਕਹਿ ਸਕਦੇ, ਕਿਉਂਕਿ ਸੇਵਕ ਤੇ ਉਹ ਹੁੰਦਾ ਜਿਹੜਾ ਪ੍ਰਭੂ ਦਾ ਬੁਲਾਇਆ ਹੋਵੇ ਤੇ ਪ੍ਰਭੂ ਦੀ ਸੇਵਾ ਕਰਦਾ ਹੋਵੇ ਤੇ ਪ੍ਰਭੂ ਦੇ ਲਈ ਕਰਦਾ ਹੋਵੇ। ਤੇ ਜਿਹੜਾ ਪੈਸੇ ਦੀ ਸੇਵਾ ਕਰਦਾ ਉਹਨੂੰ ਅਸੀਂ ਪ੍ਰਭੂ ਦਾ ਸੇਵਕ ਵੀ ਕਹਿ ਸਕਦੇ। ਉਹਨੂੰ ਪ੍ਰਭੂ ਦਾ ਸੇਵਕ ਕਹਿਣਾ ਵੀ ਸੇਵਕ ਦੀ ਪਦਵੀ ਦੀ ਤੋਹੀਨ ਹੈ। ਸੋ ਉਹਨਾਂ ਨੂੰ ਆਸ਼ਵਾਸਨ ਦਿੱਤਾ ਗਿਆ। ਉਸ ਲੜਕੀ ਨੂੰ ਵੀਲ ਚੇਅਰ ਦੇ ਉੱਤੇ ਐਂਬੂਲੈਂਸ 'ਚ ਪਾ ਕੇ ਲਿਆਂਦਾ, ਫਿਰ ਵੀਲ ਚੇਅਰ 'ਤੇ ਲਾਇਆ ਗਿਆ ਤੇ ਉਹ ਕੁਛ ਦੇਰ ਬਾਅਦ ਉਹਦੀ ਡੈਥ ਹੋ ਗਈ। ਔਰ ਉੱਥੇ ਪਹਿਲਾਂ ਪੂਰੇ ਦਾਅਵੇ ਕੀਤੇ ਗਏ ਆ ਜੀ ਤੁਸੀਂ ਆਪਣੇ ਹਿੰਦੂ ਧਰਮ ਨੂੰ ਛੱਡ ਦਿਓ, ਬ੍ਰਾਹਮਣ ਜਾਤੀ ਤੋਂ ਸੀਗੇ ਤੇ ਤੁਸੀਂ ਪ੍ਰਭੂ ਯਿਸੂ ਨੂੰ ਮਰਦਾ ਕਿਆ ਨਾ ਕਰਦਾ ਕਹਿੰਦੇ ਹੁੰਦੇ। ਤੇ ਉਹਨਾਂ ਨੇ ਵਿਚਾਰਿਆਂ ਨੇ ਜੋ ਸੀਗਾ ਵੀ ਚਲੋ ਸਾਡੀ ਬੱਚੀ ਬਚ ਜਾਵੇ, ਤੇ ਉਹਨਾਂ ਨੇ ਮਤਲਬ ਉਹਨੇ ਆਪਣੀ ਬ੍ਰਾਹਮਣ ਰੀਤੀ ਦੇ ਮੁਤਾਬਕ ਉਹਨੇ ਆਪਣੀ ਬੋਦੀ ਵੀ ਰੱਖੀ ਹੋਈ ਸੀ, ਤੇ ਗਲ ਦੇ ਵਿੱਚ ਜੇਊ ਵਗੈਰਾ ਵੀ ਜਿਹੜਾ ਸੀਗਾ ਉਹ ਪਾਇਆ ਸੀ, ਸਾਰਾ ਉਹਦਾ ਲਥਾਲਸੂ ਦਿੱਤਾ ਗਿਆ, ਉਹਦੀ ਬੋਦੀ ਵੀ ਕਟਾ ਦਿੱਤੀ ਗਈ, ਤੇ ਉਹਨੂੰ ਬਪਤਿਸਮਾ ਵੀ ਇਦਾਂ ਹੀ ਦੇ ਦਿੱਤਾ। ਵੀ ਅਗਲੇ ਨੂੰ ਪਤਾ ਹੀ ਨਹੀਂ ਬਪਤਿਸਮਾ ਹੁੰਦਾ ਕੀ ਆ, ਉਹਨਾਂ ਨੂੰ ਪਤਾ ਹੀ ਨਹੀਂ। ਤੇ ਉਹਨਾਂ ਤੇ ਇਹ ਵੀ ਸਾਡੀ ਕੁੜੀ ਬਚੇ, ਉਹ ਕੁੜੀ ਨੂੰ ਬਚਾਉਣ ਦੇ ਲਈ ਉਹ ਆਪਣੀ ਨੂੰ ਉਹ ਕੁਛ ਵੀ ਕਰਨ ਲਈ ਤਿਆਰ ਆ। ਉਹਨਾਂ ਨੂੰ ਮਤਲਬ ਹੀ ਨਹੀਂ ਕਿ ਬਪਤਿਸਮਾ ਕੀ ਹੁੰਦਾ ਕੀ ਨਹੀਂ ਹੁੰਦਾ, ਤੇ ਉਹਨੂੰ ਬਪਤਿਸਮਾ ਵੀ ਦੇ ਦਿੱਤਾ ਗਿਆ। ਤੇ ਸਾਰੇ ਹਾਲਾਤਾਂ ਤੋਂ ਬਾਅਦ ਕੁਛ ਦੇਰ ਬਾਅਦ ਉਸ ਬੱਚੀ ਦੀ ਜਿਹੜੀ ਆ ਉਹ ਮੌਤ ਹੋ ਗਈ। ਚਲੋ ਜ਼ਿੰਦਗੀ ਮੌਤ ਤੇ ਅਸੀਂ ਸਾਰੇ ਲੋਕ ਜਾਣਦੇ ਆ ਪਰਮੇਸ਼ਰ ਦੇ ਹੱਥ ਵਿੱਚ ਆ, ਔਰ ਸੇਵਕ ਦਾ ਕੰਮ ਤੇ ਪ੍ਰਾਰਥਨਾ ਕਰਨਾ, ਕਿਉਂ ਕੰਮ ਕਰਨਾ ਕਿਹਦਾ? ਖੁਦਾ ਦਾ ਕੰਮ ਆ, ਕਿਸੇ ਸੇਵਕ ਦੇ ਹੱਥ ਵਿੱਚ ਨਹੀਂ ਹੈ। ਜੇ ਕਿਸੇ ਸੇਵਕ ਦੇ ਹੱਥ 'ਚ ਹੋਵੇ ਤੇ ਫਿਰ ਤੇ ਕੋਈ ਮਰੇ ਹੀ ਨਾ। ਜੇ ਸਾਡੇ ਹੱਥ ਵਿੱਚ ਹੋਵੇ ਨਾ ਕਿਸੇ ਨੂੰ ਬਚਾ ਲੈਣਾ, ਤੇ ਫਿਰ ਤੇ ਅਸੀਂ ਕਿਸੇ ਨੂੰ ਮਰਨ ਨਹੀਂ, ਫਿਰ ਸਾਡਾ ਪਾਪਾ ਇੱਥੇ ਬੈਠਾ ਥੋੜੀ ਮਰ ਜਾਂਦਾ। ਹਾਂਜੀ, ਸਾਡੇ ਹੱਥਾਂ ਵਿੱਚ ਗਿਆ ਨਾ। ਤੇ ਜੇ ਸਾਡੇ ਹੱਥ ਵਿੱਚ ਹੁੰਦਾ ਫਿਰ ਅਸੀਂ ਜਾਣ ਦੇਣਾ ਨਹੀਂ। ਇਹਦਾ ਮਤਲਬ ਸਿੱਧਾ ਸਿੱਧਾ ਕਿ ਜ਼ਿੰਦਗੀ ਤੇ ਮੌਤ ਕਿਹਦੇ ਹੱਥ ਵਿੱਚ ਆ? ਪਰਮੇਸ਼ਰ ਹੱਥ 'ਚ ਲਿਖਿਆ, ਜਨਮ ਤੱਕ ਪਹੁੰਚਾਉਂਦਾ ਮੈਂ ਹੀ ਹਾਂ ਤੇ ਮਾਰਦਾ ਵੀ ਮੈਂ ਹੀ ਹਾਂ। ਸੋ ਇਹੋ ਜਿਹੇ ਦਾਅਵੇ ਵੀ ਸਾਨੂੰ ਕਰਨੇ ਨਹੀਂ ਚਾਹੀਦੇ। ਸਾਨੂੰ ਤੇ ਦੁਆ ਕਰਦੇ ਵਕਤ ਵੀ ਇਹ ਹੀ ਆ ਵੀ ਖੁਦਾ ਨੇ ਸਾਨੂੰ ਪ੍ਰਾਰਥਨਾ ਕਰਨ ਦਾ ਅਧਿਕਾਰ ਦਿੱਤਾ, ਪ੍ਰਾਰਥਨਾ ਕਰਾਂਗੇ, ਬਾਕੀ ਕੰਮ ਖੁਦਾ ਦਾ। ਅਗਰ ਖੁਦਾ ਦੀ ਇਹਦੇ ਲਈ ਕੋਈ ਪਲਾਨਿੰਗ ਹੋਊਗੀ ਤੇ ਖੁਦਾ ਇਹਨੂੰ ਜੀਵਨ ਦੇਵੇਗਾ, ਤੇ ਜੇ ਇਹਦੇ ਲਈ ਅੱਗੇ ਖੁਦਾ ਦੀ ਕੋਈ ਪਲਾਨਿੰਗ ਨਹੀਂ ਤੇ ਇਹਦਾ ਸਮਾਂ ਪੂਰਾ ਹੋ ਗਿਆ, ਤੇ ਫਿਰ ਅਸੀਂ ਤੇ ਸਿਰਫ ਤੁਹਾਡੇ ਲਈ ਪ੍ਰਾਰਥਨਾ ਕਰ ਸਕਦੇ ਵੀ ਖੁਦਾ ਇਸ ਸਦਮੇ ਨੂੰ ਸਹਿਣ ਦੀ ਤੁਹਾਨੂੰ ਬਲ ਬਖਸ਼ੇ। ਸੋ ਉਹ ਬੱਚੀ ਦੀ ਮੌਤ ਹੋ ਗਈ ਆ, ਤੇ ਉਸ ਤੋਂ ਬਾਅਦ ਲੈ ਜੋ ਕੁਝ ਸੀਗਾ ਉਹਨਾਂ ਕੋਲ ਸਾਰਾ ਕੁਝ ਲੈ ਲਿਆ ਗਿਆ। ਉਹਨਾਂ ਨੂੰ ਬਾਅਦ ਵਿੱਚ ਵਾਪਸ ਜਾਣ ਦੇ ਲਈ ਕੋਈ ਉਹਨਾਂ ਨੇ ਆਪਣਾ ਫਰਜ਼ ਪੂਰਾ ਨਹੀਂ ਕੀਤਾ। ਤੁਸੀਂ ਲੱਖਾਂ ਕਰੋੜਾਂ ਰੁਪਈਆ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਲੋਕਾਂ ਕੋਲ ਠੱਗ ਲਿਆ, ਤੇ ਘੱਟੋ ਘੱਟ ਹੁਣ ਇੰਨਾ ਕੁ ਕਰ ਦਿਓ ਵੀ ਤੁਸੀਂ ਉਹਨਾਂ ਦੇ ਵਾਪਸ ਜਾਣ ਦਾ, ਬੰਬੇ ਜਾਣ ਦਾ, ਮੁੰਬਈ ਤੋਂ ਆਏ ਆ, ਤੇ ਤੁਸੀਂ ਕੋਈ ਐਸਾ ਇੰਤਜ਼ਾਮ ਕਰ ਦਿਓ। ਤੁਹਾਡੇ ਕੋਲ ਕਿਹੜਾ ਪੈਸੇ ਦੀ ਕੋਈ ਘਾਟ ਆ? ਤੁਸੀਂ ਤੇ ਪ੍ਰਾਰਥਨਾ ਕਰਨ ਦੇ ਲਈ ਤੁਹਾਡੇ ਕੋਲ ਆਉਂਦਾ, ਪਹਿਲਾਂ ਤੁਸੀਂ ਕਹਿੰਦੇ ਰਜਿਸਟਰ ਤੇ ਨਾਂ ਲਿਖਾਓ ਤੇ 10,000 ਰੁਪਇਆ ਉੱਥੇ ਜਮ੍ਹਾਂ ਕਰਾਓ, ਉਸ ਤੋਂ ਬਾਅਦ ਅਗਲੀ ਗੱਲ ਸ਼ੁਰੂ ਕੀਤੀ ਜਾਊਗੀ। ਸੋ ਬਚਨ 'ਚ ਐਵੇਂ ਥੋੜੀ ਪ੍ਰਭੂ ਯਿਸੂ ਮਸੀਹ ਕਿਹਾ ਤੁਸੀਂ ਮੇਰੇ ਬਾਪ ਦੇ ਘਰ ਨੂੰ ਵਪਾਰ ਦੀ ਕੀ ਬਣਾਇਆ? ਮੰਡੀ ਬਣਾਇਆ। ਉਦੋਂ ਵੀ ਇਹ ਸਭ ਕੁਝ ਹੁੰਦਾ ਸੀ ਤੇ ਅੱਜ ਵੀ ਇਹ ਸਭ ਕੁਝ ਹੋ ਰਿਹਾ। ਤੇ ਕਹਿੰਦੇ ਕੀ ਹੈ? ਨਹੀਂ ਜੀ, ਇਹ ਸੇਵਾ ਨੂੰ ਫੈਲਾਉਣ ਦੇ ਲਈ ਲੈ ਰਹੇ ਆ। ਬਹਾਨਾ ਕੀ ਅੱਗੇ ਬਣਿਆ? ਅਸੀਂ ਇਹ ਆਪਣੇ ਲਈ ਲੈ ਰਹੇ, ਕਾਹਦੇ ਲਈ ਲੈ ਰਹੇ ਭਲਾ? ਪ੍ਰਭੂ ਦੇ ਰਾਜ ਨੂੰ ਵਧਾਉਣ ਦੇ ਲਈ ਲੈ ਰਹੇ ਆ। ਤੇ ਪ੍ਰਭੂ ਨੇ ਐਸੇ ਕੋਈ ਤੁਹਾਨੂੰ ਇਖਤਿਆਰ ਨਹੀਂ ਦਿੱਤਾ ਪ੍ਰਭੂ ਦੇ ਰਾਜ ਨੂੰ ਵਧਾਉਣ ਲਈ ਤੁਸੀਂ ਐਸਾ ਕੁਝ ਕਰੋ। ਤੇ ਉਹ ਬਾਅਦ ਵਿੱਚ ਉਹਨਾਂ ਨੂੰ, ਕੁੜੀ ਨੂੰ ਵੀਲ ਚੇਅਰ ਤੇ ਬਿਠਾ ਕੇ ਇੱਦਾਂ ਲੈ ਕੇ ਗਏ ਵਾਪਸ। ਉਹਨਾਂ ਦੇ ਲਈ ਕੋਈ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਹ ਬਾਅਦ ਵਿੱਚ ਫਿਰ ਉਹਨਾਂ ਦੇ ਕੋਈ ਲਿੰਕ ਸੀਗੇ ਉੱਥੇ, ਤੇ ਕਿਉਂਕਿ ਮੁੰਬਈ 'ਚ ਤੁਹਾਨੂੰ ਪਤਾ ਕਿ ਸ਼ਿਵ ਸੈਨਾ ਦਾ ਬੜਾ ਉੱਥੇ ਜ਼ੋਰ ਆ, ਔਰ ਬੜੀ ਗੱਲਬਾਤ ਉਹਨਾਂ ਦੀ। ਔਰ ਉੱਥੇ ਵੀ ਉਹਨਾਂ ਦੇ ਅੱਗੇ ਸੈੱਲ ਸੀਗੇ ਜਲੰਧਰ ਦੇ ਵਿੱਚ, ਉਹਨਾਂ ਦਾ ਤੱਕ ਪਹੁੰਚ ਕੀਤੀ। ਉਹਨਾਂ ਨੇ ਫਿਰ ਉਹਦੇ ਸਾਰਾ ਸੰਸਕਾਰ ਵਗੈਰਾ ਦਾ ਉੱਥੇ ਇੰਤਜ਼ਾਮ ਕੀਤਾ ਜਲੰਧਰ ਦੇ ਵਿੱਚ। ਉਹਦੇ ਫੁੱਲ ਜਿਹੜੇ ਪਾ ਕੇ ਉਹਦੇ ਦਰਿਆ ਦੇ ਵਿੱਚ, ਉਹ ਵੀ ਸਾਰਾ ਕੁਝ ਕਿਰਿਆਕਰਮ ਜੋ ਕੁਝ ਵੀ ਹਿੰਦੂ ਰੀਤੀ ਰਿਵਾਜ ਦੇ ਮੁਤਾਬਕ ਸੀਗਾ ਉਹਨਾਂ ਸਾਰਾ ਕੁਝ ਕੀਤਾ। ਤੇ ਉਹ ਹੁਣ ਉੱਥੇ ਇੱਕ ਮਸਲਾ ਬਣ ਗਿਆ। ਉਹ ਜਗਤ ਕੀ ਬਣ ਗਿਆ? ਇੱਕ ਮਸਲਾ ਬਣ ਗਿਆ। ਇਹ ਮਸਲਾ ਕਿਉਂ ਬਣਿਆ ਭਲਾ? ਇਸ ਲਈ ਬਣਿਆ ਕਿ ਜਿਹੜੀ ਅਸੀਂ ਗੱਲ ਸਿੱਖਦੇ ਆ, ਇੱਕ ਪਰਮੇਸ਼ਵਰ ਦੀ ਇੱਛਾ ਆ, ਇੱਕ ਪਰਮੇਸ਼ਵਰ ਦੀ ਇੱਛਾ ਦਾ ਗਿਆਨ। ਜਦੋਂ ਪਰਮੇਸ਼ਵਰ ਦੀ ਇੱਛਾ ਦਾ ਗਿਆਨ ਸਾਨੂੰ ਪ੍ਰਾਪਤ ਹੁੰਦਾ ਆ,
ਫਿਰ ਅਸੀਂ ਉਹਦੇ ਵਿੱਚ ਕਦੇ ਵੀ ਆਪਣੇ ਗਿਆਨ ਦੀ ਗੱਲ ਮਿਲਾ ਸਕਦੇ। ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ। ਜਿਹੜੀ ਅਸੀਂ ਆਪਣੇ ਗਿਆਨ ਦੀ ਗੱਲ ਕਰਦੇ ਨਾ, ਉਹ ਸੁਣਨ ਦੇ ਵਿੱਚ ਬਹੁਤ ਪ੍ਰਭਾਵਸ਼ਾਲੀ ਹੁੰਦੀ ਹੈ। ਆਪਣੇ ਗਿਆਨ ਦੇ ਹਿਸਾਬ ਨਾਲ ਜਿਹੜੀ ਗੱਲ ਕਰਦੇ ਆ, ਆਪਣੇ ਗਿਆਨ ਦੇ ਹਿਸਾਬ ਨਾਲ ਅਸੀਂ ਕੀ ਕਹਿੰਦੇ ਆ, ਪਰਮੇਸ਼ਵਰ ਸਭ ਕੁਛ ਕਰਨ ਦੀ ਕੁਦਰਤ ਰੱਖਦਾ ਆ। ਇਹਨੂੰ ਅਸੀਂ ਠੋਕ ਵਜਾ ਕੇ ਕਹਿੰਦੇ ਆ, ਕਿਉਂਕਿ ਇਹਦੇ ਚ ਚੰਗੀ ਗੱਲ ਹੈ ਨਾ। ਤੇ ਅਸੀਂ ਲੋਕਾਂ ਸਾਹਮਣੇ ਕਿੱਦਾਂ ਇਹਨੂੰ ਪੇਸ਼ ਕਰਦੇ ਆ, ਪਰਮੇਸ਼ਵਰ ਸਭ ਕੁਛ ਕਰਨ ਦੀ ਕੁਦਰਤ ਰੱਖਦਾ ਹੈ। ਵਚਨ ਵੀ ਕਹਿੰਦਾ ਰੱਖਦਾ, ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਲੇਕਿਨ ਉੱਥੇ ਨਾਲ ਇਹ ਵੀ ਵਚਨ ਦੱਸਦਾ ਹੈ ਕਿ ਸਾਨੂੰ ਪਰਮੇਸ਼ਵਰ ਦੀ ਰਜ਼ਾ ਦੇ ਵਿੱਚ ਰਹਿਣਾ ਕੀ ਹੈ ਭਲਾ, ਇਹ ਵੀ ਤੇ ਨਾਲ ਦੱਸੋ ਨਾ। ਜਦੋਂ ਤੁਸੀਂ ਇੱਕ ਤਰਫਾ ਦੱਸ ਦਿੱਤਾ ਹੈ ਤੇ ਦੂਸਰਾ ਪੱਖ ਨਹੀਂ ਦੱਸਿਆ, ਤੇ ਫਿਰ ਜਦੋਂ ਉਹ ਕੰਮ ਨਾ ਹੋਇਆ ਤੇ ਫਿਰ ਉਹਦੇ ਲਈ ਇਹ ਵਚਨ ਕੀ ਹੈ ਭਲਾ, ਜਿਹੜਾ ਵਚਨ ਉਹਦੇ ਲਈ ਜ਼ਿੰਦਗੀ ਆ, ਇਹੋ ਹੀ ਵਚਨ ਫਿਰ ਉਹਦੇ ਲਈ ਕੀ ਬਣ ਗਿਆ, ਠੋਕਰ ਦਾ ਕਾਰਨ ਬਣ ਗਿਆ। ਕਿਉਂਕਿ ਦਾਅਵਾ ਤੇ ਅਸੀਂ ਐਡਾ ਵੱਡਾ ਕੀਤਾ, ਪਰ ਉਹਦੇ ਮੁਤਾਬਕ ਕੰਮ ਹੋਇਆ, ਕੰਮ ਨਹੀਂ ਹੋਇਆ ਹਨ। ਤੇ ਜਦੋਂ ਕੰਮ ਨਹੀਂ ਹੋਇਆ ਫਿਰ ਮੁਸ਼ਕਿਲ ਹੋ ਜਾਂਦੀ ਹੈ। ਦੱਸਿਆ ਨਾ, ਕਈ ਵਾਰੀ ਵਿਚਾਰੇ ਢੋਲਕੀਆਂ ਕੁੱਟਦੇ ਆ, ਬਦਰੂਆਂ ਨੂੰ ਕੱਢਣ ਵਾਸਤੇ ਬਥੇਰਾ ਕੁਛ ਕਰਦੇ ਆ, ਬਦਰੂ ਜਾਂਦੀ ਨਹੀਂ। ਤੇ ਵਚਨ 'ਚ ਕਿੱਥੇ ਲਿਖਿਆ ਵੀ ਤੁਸੀਂ ਢੋਲਕੀਆਂ ਕੁੱਟੀਓ? ਲਿਖਿਆ ਕਿਤੇ ਢੋਲਕੀਆਂ ਕੁੱਟਣ ਬਾਰੇ? ਪੜਾਂਗੇ ਮਰਕਸ ਦੀ ਇੰਜੀਲ 16 ਅਧਿਆਏ, ਉਹਦੀ 16 ਵਰਸ ਤੋਂ 17 ਵਰਸ 18 ਵਰਸ ਪੜੋ, ਜਲਦੀ ਟਾਈਮ ਨਾ ਖਰਾਬ ਕਰੀਏ। ਹਾਂਜੀ 16 18 ਤੇ ਹੈ ਨਹੀਂ ਮਰਕਸ, 16 ਦੀ 17 ਤੋਂ पढ़ने मेरे ख्याल में। और विश्वास करने वालों में ये चिन्ह होंगे। हाँ जी, विश्वास करने वाले ਦੇ ਵਿੱਚ ਇਹ ਚਿੰਨ੍ਹ ਹੈ ਜੀ। ਪਾਦਰੀਆਂ ਵਿੱਚ ਦੀ ਨਹੀਂ ਗੱਲ ਕੀਤੀ ਗਈ। ਵਿਸ਼ਵਾਸ ਕਰਨ ਵਾਲਾ ਪਾਦਰੀ ਵੀ ਹੋ ਸਕਦਾ, ਸੇਵਕ ਵੀ ਹੋ ਸਕਦਾ, ਤੇ ਵਿਸ਼ਵਾਸੀ ਵੀ हो सकता। ਇੱਥੇ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਕਿ ਵੀ ਇਹ ਕੰਮ ਸਿਰਫ ਸੇਵਕ ਹੀ ਕਰ ਸਕਦਾ ਹੈ। ਇੱਥੇ ਜਿਹੜਾ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕਰਦਾ, ਉਹਦੇ ਲਈ ਇਹ ਗੱਲ ਕੀਤੀ ਗਈ ਹੈ। ਤੇ ਅਸੀਂ ਕਿਉਂ ਨਾ ਲੋਕਾਂ ਨੂੰ ਵਿਸ਼ਵਾਸ ਦੀ ਗੱਲ ਕਰੀਏ, ਅਸੀਂ ਦਾਵਾ ਕਾਹਦੇ ਲਈ ਕਰੀਏ? ਪ੍ਰਭੂ ਯਿਸੂ ਮਸੀਹ ਨੇ ਦਾਵਾ ਨਹੀਂ ਕੀਤਾ ਤੇ ਅਸੀਂ ਕੀ ਪ੍ਰਭੂ ਯਿਸੂ ਮਸੀਹ ਤੋਂ ਵੱਡੇ ਹਾਂ ਜੀ? ਹਾਂਜੀ, ਜਾਂ ਤੇ ਫਿਰ ਅਸੀਂ ਦਾਵਾ ਕਰੀਏ ਵੀ ਅਸੀਂ ਪ੍ਰਭੂ ਯਿਸੂ ਮਸੀਹ ਤੋਂ ਕੀ ਆ, ਪ੍ਰਭੂ ਯਿਸੂ ਮਸੀਹ। ਦੋ ਅੰਨੇ ਪ੍ਰਭੂ ਯਿਸੂ ਮਸੀਹ ਤੇ ਮਗਰ ਆਉਂਦੇ ਆ, ਆਵਾਜ਼ਾਂ ਮਾਰਦੇ, ਕਹਿੰਦੇ ਹੇ ਦਾਊਦ ਦੇ ਪੁੱਤਰ ਯਿਸੂ ਨਾਸਰੀ, ਸਾਡੇ ਉੱਤੇ ਕੀ ਕਰ, ਦਇਆ ਕਰ। ਤੇ ਪ੍ਰਭੂ ਯਿਸੂ ਮਸੀਹ ਦਾ ਜਵਾਬ ਕੀ ਹੈ? ਪ੍ਰਭੂ ਯਿਸੂ ਮਸੀਹ ਉਹਨਾਂ ਤੋਂ ਪਹਿਲਾਂ ਇੱਕ ਸਵਾਲ ਕਰਦਾ ਵੀ ਮੈਂ ਤੁਹਾਨੂੰ ਠੀਕ ਕਰ ਸਕਦਾ? ਤੇ ਉਹ ਕਹਿੰਦੇ ਹਾਂਜੀ ਸਾਨੂੰ ਕੀ ਹੈ ਭਲਾ? ਤੇ ਕਹਿੰਦਾ ਜਾਓ ਫਿਰ ਤੁਹਾਡੇ ਵਿਸ਼ਵਾਸ ਨੇ ਤੁਹਾਨੂੰ ਕੀ ਕੀਤਾ? ਪ੍ਰਭੂ ਯਿਸੂ ਮਸੀਹ ਨੇ ਉੱਥੇ ਕੁਛ ਕੀਤਾ? ਪ੍ਰਭੂ ਯਿਸੂ ਮਸੀਹ ਨੇ ਕੁਛ ਨਹੀਂ ਕੀਤਾ, ਇੱਕ ਵਾਕ ਕਹਿ ਦਿੱਤਾ ਵੀ ਜਾਓ ਤੁਹਾਡੇ ਵਿਸ਼ਵਾਸ ਨੇ ਤੁਹਾਨੂੰ। ਤੇ ਉਹ ਦੇਖਣ ਲੱਗ ਪਏ। ਜਦੋਂ ਪ੍ਰਭੂ ਯਿਸੂ ਮਸੀਹ ਨੇ ਗੱਲ ਮੁਕਾ ਦਿੱਤੀ ਆ ਸਾਹਮਣੇ ਵਾਲੇ ਦੇ ਈਮਾਨ ਦੇ ਉੱਤੇ, ਤੇ ਫਿਰ ਅਸੀਂ ਇਸ ਤੋਂ ਅੱਗੇ ਵੱਧ ਕੇ ਗੱਲ ਕਰੀਏ ਤੇ ਕਰੀਏ ਕਿਉਂ? ਹਾਂਜੀ, ਜਿਹਨੂੰ ਮਿਰਗੀ ਦਾ ਦੌਰਾ ਪੈਂਦਾ ਸੀਗਾ, ਚੇਲੇ ਨਹੀਂ ਕਰ ਸਕੇ ਠੀਕ ਹੈ ਜੀ, ਆਪਣੇ ਤਰੀਕੇ ਨਾਲ ਢੋਲਕੀਆਂ ਕੁੱਟਦੇ ਸੀ ਜਿੱਦਾਂ ਅੱਜ ਕੁੱਟੀਆਂ ਜਾਂਦੀਆਂ। ਹਾਂਜੀ, ਢੋਲਕੀਆਂ ਕੁੱਟਦੇ ਤਾਂ ਦੱਸਿਆ ਨਾ, ਮੈਂ ਦੱਸਿਆ ਪਾਸਟਰ ਮੀਰ ਦੇ ਕਲੀਸਿਆ ਦੇ ਉੱਥੇ ਵੀ ਇੱਕ ਵਾਰੀ ਇਦਾਂ ਦਾ ਸਿਸਟਮ ਬਣਿਆ ਵੀ ਉੱਥੇ ਵੀ ਕਿਤੇ ਬਦਰੂ ਵਾਲਾ ਆ ਗਿਆ, ਬਦਰੂ ਨਿਕਲੇ ਨਾ, ਪਾਸਟਰ ਮੀਰ ਸਾਹਿਬ ਨੇ ਕਿਤੇ ਗਏ ਸੀ, ਬਾਕੀ ਸਾਰੇ ਚੇਲੇ ਬਾਲ ਕੇ ਲੱਗੇ ਹੋਏ ਸੀਗੇ। ਐਂਡ ਤੇ ਆ ਕੇ ਤੇ ਉਹਨੇ ਜਿਹੜੀ ਬਦਰੂ ਸੀਗੀ ਉਹਨੇ ਡਿਮਾਂਡ ਰੱਖਤੀ, ਕਹਿੰਦੇ ਇੱਕ ਸ਼ਰਤ ਤੇ ਮੈਂ ਜਾ ਸਕਦੀ ਹਾਂ। ਕਹਿੰਦੇ ਕੀ? ਕਹਿੰਦੇ ਬਿੱਟੂ ਨੂੰ ਬੁਲਾਓ, ਉਹ ਕੁਆਲੀ ਗਾਊਗਾ ਤੇ ਮੈਨੂੰ ਸੁਣਾਊਗਾ, ਫਿਰ ਮੈਂ ਜਾਣਾ। ਦੇਖੋ ਬਦਰੂ ਦੀ ਵੀ ਚੁਆਇਸ ਆ। ਬਦਰੂ ਆਪਣੀ ਗੱਲ ਮਨਾ ਕੇ ਜਾਣਾ ਚਾਹੁੰਦੀ। ਕੀ ਕਰੋ ਭਲਾ? ਹੁਣ ਤੁਸੀਂ ਇਹ ਦੱਸੋ ਵੀ ਉੱਥੇ ਗੱਲ ਕਿਹਦੀ ਮੰਨੀ ਗਈ? ਗੱਲ ਕਿਹਦੀ ਮੰਨੀ ਗਈ ਭਲਾ? ਬਦਰੂ ਦੀ ਗੱਲ ਮੰਨੀ ਗਈ, ਬਿੱਟੂ ਨੂੰ ਬੁਲਾਇਆ ਗਿਆ ਵੀ ਭਾਈ ਉਹਦੀ ਚੁਆਇਸ ਆ, ਉਹਨੇ ਜਾਣ ਤੋਂ ਪਹਿਲਾਂ ਮਤਲਬ ਉਹਨੇ ਕੁਆਲੀ ਸੁਣਨੀ ਹੈ ਤੇ ਫਿਰ ਜਾਣਾ। ਹਾਂਜੀ, ਉਦਾਂ ਉਹਨੇ ਉਹ ਕਹਿੰਦੀ ਨਹੀਂ, ਮਤਲਬ ਕਹਿੰਦਾ ਭਾਵ ਵੀ, ਤੇ ਹੋ ਸਕਦਾ ਵੀ ਬਿੱਟੂ ਸਾਹਿਬ ਦੇ ਮਨ ਦੇ ਵਿੱਚ ਇਹ ਆ ਵੀ ਚਲੋ ਵੀ ਜਿੱਥੇ ਇਨਸਾਨ ਮੈਨੂੰ ਸੁਣਨਾ ਪਸੰਦ ਕਰਦੇ ਉੱਥੇ ਬਦਰੂਆਂ ਵੀ ਮੈਨੂੰ ਲਾਈਕ ਕਰਦੀਆਂ ਆਪਣੀ ਬੁੱਧੀ ਦੇ ਨਾਲ। ਹੋ ਸਕਦਾ ਇਹ ਗੱਲ ਉਹਦੇ ਵੀ ਦਿਮਾਗ 'ਚ ਆਈ ਹੋਵੇ, ਉਸ ਟਾਈਮ ਦੇ ਉੱਤੇ ਉਹਨਾਂ ਦੇ ਦਿਮਾਗ 'ਚ ਇਹ ਗੱਲ ਨਾ ਆਈ ਹੋਵੇ, ਨਹੀਂ ਇਹ ਤੇ ਅਸੀਂ ਉਹਦੀ ਡਿਮਾਂਡ ਨੂੰ ਪੂਰਾ ਕਰਨ ਲੱਗੇ, ਅਸੀਂ ਤਾਂ ਉਹਦੀ ਡਿਮਾਂਡ ਨੂੰ ਪੂਰਾ ਕਰਨ ਲੱਗੇ। ਹੋ ਸਕਦਾ ਉਹਦੇ ਦਿਮਾਗ 'ਚ ਨਾ ਆਇਆ ਹੋਵੇ, ਪਰ ਬਿੱਟੂ ਨੂੰ ਬੁਲਾਇਆ ਗਿਆ। ਅਗਲੀ ਬੜੀ ਸੋਹਣੀ ਕਵਾਲੀ ਉਹਨੇ ਸੁਣੀ ਪੂਰੀ, ਫਿਰ ਕਹਿੰਦੀ ਠੀਕ ਹੈ ਹੁਣ ਜੈਮ ਸੀ ਕਿ ਹੁਣ ਮੈਂ ਨਿਕਲਦੀ ਹਾਂ। ਅਸੀਂ ਆਪਣੀ ਬੁੱਧੀ ਦੇ ਨਾਲ ਪਰਮੇਸ਼ਵਰ ਦੇ ਬੁੱਧੀ ਦੀ ਇੱਛਾ ਦੀ ਬੁੱਧੀ ਦੇ ਵਿੱਚ ਕੀ ਕਰਦੇ ਭਲਾ? ਆਪਣੀਆਂ ਗੱਲਾਂ ਐਡ ਕਰਦੇ ਹਾਂ। ਜਦੋਂ ਅਸੀਂ ਆਪਣੀਆਂ ਗੱਲਾਂ ਐਡ ਕਰਦੇ ਹਾਂ, ਪਰਮੇਸ਼ਵਰ ਦੀ ਮਹਿਮਾ ਇੱਕ ਸਾਈਡ ਤੇ ਹੋ ਜਾਂਦੀ ਹੈ ਤੇ ਸਾਡੀ ਬੁੱਧੀ ਅੱਗੇ ਆ ਕੇ ਕੰਮ ਕਰਨਾ ਸ਼ੁਰੂ ਕਰਦੀ ਹੈ। ਤੇ ਜਦੋਂ ਸਾਡੀ ਬੁੱਧੀ ਅੱਗੇ ਆ ਕੇ ਕੰਮ ਸ਼ੁਰੂ ਕਰੂਗੀ,
ਉਦੋਂ ਮਹਿਮਾ ਕਦੇ ਵੀ ਪਰਮੇਸ਼ਵਰ ਦੇ ਨਾਮ ਨੂੰ ਮਿਲ ਸਕਦੀ। ਇਹਨਾਂ ਨੂੰ ਕੀ ਜ਼ਰੂਰਤ ਸੀ ਉਹਨੂੰ ਕਹਿਣ ਦੀ ਵੀ ਤੁਸੀਂ ਧਰਮ ਬਦਲੋ। ਬਾਈਬਲ ਦੇ ਵਿੱਚੋਂ ਇੱਕ ਰੈਫਰੈਂਸ ਮੈਨੂੰ ਕੋਈ ਬੰਦਾ ਦੇ ਦੇਵੇ, ਆਪਾਂ ਉਹਦੇ ਮੁਰੀਦ ਹੋ ਜਾਵਾਂਗੇ। ਪੂਰੀ ਬਾਈਬਲ ਦੇ ਵਿੱਚ, ਚਾਰੇ ਅੰਜੀਲਾਂ ਦੇ ਵਿੱਚ, ਉਸ ਤੋਂ ਬਾਅਦ ਨਵੇਂ ਜਨਮ ਦੇ ਵਿੱਚ, ਪ੍ਰੇਰਿਤੋਂ ਕੇ ਕਾਮ ਤੋਂ ਲੈ ਕੇ ਪ੍ਰਕਾਸ਼ਿਤ ਵਾਕਿਆ ਦੇ ਵਿੱਚ ਕੋਈ ਬੰਦਾ ਇੱਕ ਰੈਫਰੈਂਸ ਮੈਨੂੰ ਦਵੇ ਜਿੱਥੇ ਪਹਿਲਾਂ ਕਿਸੇ ਦੇ ਅੱਗੇ ਚੇਲਿਆਂ ਨੇ ਜਾਂ ਪ੍ਰਭੂ ਯਿਸੂ ਮਸੀਹ ਨੇ ਕੋਈ ਐਸੀ ਕੰਡੀਸ਼ਨ ਰੱਖੀ ਹੈ ਕਿ ਪਹਿਲਾਂ ਤੈਨੂੰ ਆਪਣੀ ਜਾਤ ਬਦਲਣੀ ਪਊਗੀ, ਪਹਿਲਾਂ ਤੈਨੂੰ ਆਪਣਾ ਨਾਮ ਬਦਲਣਾ ਪਊਗਾ, ਪਹਿਲਾਂ ਤੈਨੂੰ ਆਪਣਾ ਧਰਮ ਬਦਲਣਾ ਪਊਗਾ, ਪਹਿਲਾਂ ਤੈਨੂੰ ਆਪਣਾ ਮਜ਼ਹਬ ਛੱਡਣਾ ਪਊਗਾ, ਤੇ ਫਿਰ ਤੇਰੇ ਲਈ ਇਹ ਕੰਮ। ਉੱਥੇ ਤੇ ਗੱਲ ਹੀ ਵਿਸ਼ਵਾਸ ਦੀ ਕੀਤੀ ਗਈ ਹੈ। ਪਹਿਲਾ ਮੌਜਜ਼ਾ ਹੋਇਆ ਚੇਲਿਆਂ ਦੇ ਦੁਆਰਾ ਨਵੇਂ ਜਨਮ ਦੇ ਵਿੱਚ। ਮੈਂ ਨਵੇਂ ਜਨਮ ਦੀ ਗੱਲ ਕਰ ਰਿਹਾ, ਅੰਜੀਲਾਂ ਵਿੱਚ ਜਿਹੜੇ ਚੇਲਿਆਂ ਦੇ ਦੁਆਰਾ ਮੌਜੇ ਉਹਦੀ ਨਹੀਂ ਮੈਂ ਗੱਲ ਕਰ ਰਿਹਾ। ਜਦੋਂ ਨਵਾਂ ਜਨਮ ਹੋਇਆ ਉਸ ਤੋਂ ਬਾਅਦ ਪਹਿਲਾ ਜਿਹੜਾ ਮੌਜਜ਼ਾ ਹੋਇਆ ਉਹ ਕੀ ਮੌਜਜ਼ਾ? ਇੱਕ ਲੰਗੜੇ ਦਾ ਠੀਕ ਹੋਣਾ। ਤੇ ਉਹ ਲੰਗੜਾ ਕਿਸ ਤਮੰਨਾ ਦੇ ਨਾਲ ਇਹਨਾਂ ਵੱਲ ਦੇਖ ਰਿਹਾ ਵੀ ਮੈਨੂੰ ਕੁਝ ਇਹਨਾਂ ਤੋਂ ਪ੍ਰਾਪਤ ਹੋਊਗੀ। ਤੇ ਉਹਨਾਂ ਨੇ ਕੀ ਕਿਹਾ ਭਲਾ? ਉੱਥੇ ਇੱਕ ਗੱਲ ਵੀ ਲਿਖੀ ਗਈ, ਉਹਦੇ ਵਿੱਚ ਚੰਗੇ ਹੋਣ ਵਾਲਾ ਵਿਸ਼ਵਾਸ ਸੀਗਾ। ਕੀ ਸੀ ਭਲਾ? ਤੇ ਇਹ ਗੱਲ ਜਦੋਂ ਅਸੀਂ ਦੇਖਦੇ ਹਾਂ ਬਾਰ-ਬਾਰ ਹਰ ਜਗ੍ਹਾ ਦੇ ਉੱਤੇ ਐਸੀ ਕੋਈ ਗੱਲ ਪਾਈ ਗਈ, ਅਧਰੰਗੀ ਦੇ ਲਈ ਵੀ ਪਾਈ ਗਈ ਜਿਹੜਾ 38 ਸਾਲ ਦਾ ਬਿਮਾਰ ਸੀ ਨਾ। ਤੇ ਇਹ ਉਹ ਸਿਸਟਮ ਜਿਹੜਾ ਸਾਡੇ ਸਾਹਮਣੇ ਨਾ, ਫਿਰ ਉੱਥੇ ਆ ਜਾਂਦੀ ਗੱਲ ਵਿਸ਼ਵਾਸ ਦੀ। ਤੇ ਜਦੋਂ ਇਹ ਸਾਰੀ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਤੇ ਪਤਰਸ ਨੇ ਜਦੋਂ ਇਹ ਕੰਮ ਕੀਤਾ ਆ ਤੇ ਉਹਨਾਂ ਨੇ ਉੱਥੇ ਉਹਨੂੰ ਕਿਹਾ ਵੀ ਹਾਂ ਵੀ ਤੇਰੇ ਲਈ ਜ਼ਰੂਰੀ ਹੈ ਕਿ ਪਹਿਲਾਂ ਤਾਂ ਆਪਣੀ ਜਾਤੀ ਛੱਡ, ਪਹਿਲਾਂ ਤਾਂ ਆਪਣਾ ਮਜ਼ਹਬ ਛੱਡ, ਪਹਿਲਾਂ ਤਾਂ ਆਪਣਾ ਧਰਮ ਛੱਡ। ਪੜ੍ਹ ਲਵਾਂਗੇ ਉਸ ਆਇਤ ਨੂੰ ਤਾਂ ਕਿ ਅਸੀਂ ਅੱਗੇ ਵੱਧ ਸਕੀਏ। ਇੱਕ ਜਣਾ ਉੱਥੇ ਰਹੀ ਮਰਕਸ 17 ਆਇਤ ਉੱਤੇ, ਇੱਕ ਜਣਾ ਕੱਢੋ ਪ੍ਰੇਰਿਤੋਂ ਕੇ ਕਾਮ। ਉਹਦਾ 3 ਅਧਿਆਇ ਉਹदी 2 आयत पढ़ेंगे। और लोग एक जन्म के लंगड़े को ला रहे थे जिसको वह प्रतिदिन मंदिर के उस द्वार पर जो सुंदर कहलाता है बैठा देते थे कि वह मंदिर में जाने वालों से भीख मांगे। ये उन्हों का की सी जरिया भला ਜਿਹੜੇ ਛੱਡ ਕੇ ਜਾਂਦੇ ਉਹਨਾਂ ਦਾ ਕੀ ਸੀ ਭਲਾ? ਉਹ ਉਹਨਾਂ ਦੀ ਕੀ ਸੀ? ਕਮਾਈ ਦਾ ਸਾਧਨ ਸੀਗਾ। ਰੋਜ਼ ਟਾਈਮ ਸੇ ਲਿਆਉਂਦੇ ਸੀ ਤੇ ਆ ਕੀ ਕਰਦੇ ਸੀ? ਉੱਥੇ ਬਿਠਾ ਜਾਂਦੇ ਸੀ। जब उसने पतरस और यूहन्ना को मंदिर में जाते देखा तो उसने भीख मांगी। पतरस ने यूहन्ना के साथ उसकी और ध्यान से देखकर कहा हमारी ओर देख। सो वह उनसे कुछ पाने की आशा रखते हुए उनको और ताकने लगा। तब पतरस ने कहा चांदी और सोना तो मेरे पास नहीं, परंतु जो मेरे पास है वह तुझे देता हूँ। यीशु मसीह नासरी के नाम से चल फिर। और उसका दाहिना हाथ पकड़ के उसे उठाया और तुरंत उसके पांव और टखनों में बल आ गया और वह उछल कर खड़ा हो गया और चलने फिरने लगा और चलता कूदता और परमेश्वर की स्तुति करता हुआ उनके साथ मंदिर में गया। सब लोगों ने उसके चलते फिरते और परमेश्वर की स्तुति करते हुए देखा। इत्थे कोई होई जी गलबात ਜਿਹੜੀ ਅੱਜ ਪਾਦਰੀ ਲੋਕ ਕਰਦੇ? ਹਾਂਜੀ। ਤੇ ਜਦੋਂ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਵਿੱਚ ਆਪਣੀ ਬੁੱਧੀ ਨੂੰ ਮਿਲਾਵਾਂਗੇ ਤੇ ਫਿਰ ਜਿਹੜੀ ਅੱਜ ਇਸ ਬਰਜਿੰਦਰ ਦੀ ਵਜ੍ਹਾ ਕਰਕੇ ਮੀਡੀਆ ਦੇ ਦੁਆਰਾ ਜਿੱਥੇ ਮਸੀਹਤ ਦੀ ਬਦਨਾਮੀ ਹੋ ਰਹੀ ਹੈ, ਜਿੱਥੇ ਪ੍ਰਭੂ ਯਿਸੂ ਮਸੀਹ ਦੀ ਬਦਨਾਮੀ ਹੋ ਰਹੀ ਹੈ, ਤੇ ਫਿਰ ਇਹ ਚੀਜ਼ਾਂ ਫਿਰ ਇਸੇ ਤਰ੍ਹਾਂ ਹੋਣਗੀਆਂ ਜਦੋਂ ਅਸੀਂ ਪਰਮੇਸ਼ਵਰ ਦੀ ਇੱਛਾ ਦੀ ਬੁੱਧੀ ਦੇ ਗਿਆਨ ਦੇ ਵਿੱਚ ਆਪਣੀ ਬੁੱਧੀ ਦੇ ਗਿਆਨ ਨੂੰ ਕੀ ਕਰਾਂਗੇ ਭਲਾ? ਮਿਲਾਵਾਂਗੇ। ਹੁਣ ਉੱਥੇ ਇੱਕ ਮਸਲਾ ਬਣਨਾ, ਉੱਥੇ ਕਈ ਤਰ੍ਹਾਂ ਦੇ ਧਰਨੇ ਪ੍ਰਦਰਸ਼ਨ ਹੋਣੇ, ਉੱਥੇ ਕਈ ਕੁਛ ਹੋਣਾ। ਤੇ ਇਹਨਾਂ ਲੋਕਾਂ ਨੇ ਕੀ ਕਿਹਾ ਕਿ ਆਪਣੀ ਜਾਨ ਛੁਡਾ ਲੈਣੀ। ਭਲਾ ਵਚਨ 'ਚ ਲਿਖਿਆ ਤੁਹਾਡਾ ਵਿਰੋਧ ਹੋਊਗਾ ਜੀ। ਹਾਂਜੀ, ਉਹ ਸਾਫ਼ ਕੀ ਲਿਖਿਆ ਭਲਾ? ਵਚਨ 'ਚ ਲਿਖਿਆ ਤੁਹਾਡਾ ਵਿਰੋਧ ਹੋਊਗਾ। ਵਿਰੋਧ ਹੋਊਗਾ, ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਉਸ ਵਿਰੋਧ ਦਾ ਹੋਣਾ ਅਲੱਗ ਮੈਟਰ ਆ, ਲੇਕਿਨ ਲੋਕਾਂ ਨੂੰ ਆਪਣਾ ਵਿਰੋਧ ਕਰਨ ਦੇ ਲਈ ਮੌਕਾ ਦੇਣਾ ਜਿਹੜਾ ਹੈ ਉਹ ਵਚਨ ਦੇ ਅਨੁਸਾਰ ਨਹੀਂ ਹੈ। ਵਚਨ ਇਹ ਵੀ ਦੱਸਦਾ ਵੀ ਅਸੀਂ ਗਲਤ ਕੰਮ ਕਰਕੇ ਮਾਰ ਖਾਈਏ, ਉਹ ਪਰਮੇਸ਼ਵਰ ਦੇ ਲੇਖੇ ਕਿਸੇ ਕੰਮ ਦੀ ਨਹੀਂ ਹੈ। ਅਸੀਂ ਚੰਗੇ ਕਰਮ ਕਰਕੇ ਅਗਰ ਮਾਰ ਖਾਂਦੇ ਆ ਤੇ ਉਹਦਾ ਕੋਈ ਅਜਰ ਹੈਗਾ। ਸੋ ਅਸੀਂ ਹੁਣ ਲੋਕਾਂ ਦੇ ਨਾਲ ਪੁੱਠੀ ਸਿੱਧੇ ਕੰਮ ਕਰਕੇ ਹੁਣ ਜਿਹੜਾ ਦਾਵਾ ਉਹਨੇ ਕੀਤਾ, ਫਿਰ ਉਹਨਾਂ ਦੀ ਹੈਲਪ ਕੋਈ ਨਹੀਂ ਤੁਸੀਂ ਕੀਤੀ। ਠੀਕ ਹੈ। ਆਖਰਕਾਰ ਉਹਨਾਂ ਨੂੰ ਫਿਰ ਆਪਣੇ ਹੀ ਮਜ਼ਹਬ ਦੇ ਲੋਕਾਂ ਦੇ ਕੋਲ ਜਾਣਾ ਪਿਆ। ਤੇ ਫਿਰ ਹੁਣ ਮਸਲਾ ਕੀ ਬਣ ਗਿਆ ਭਲਾ? ਹੁਣ ਉੱਥੇ FIR ਇੱਕ ਹੋਰ ਦਰਜ ਹੋ ਗਈ। ਤੇ ਹੁਣ ਕੀ ਅਸੀਂ ਇਹਦੇ ਤੇ ਗੱਲਾਂ ਕੀ ਕਰਨੀਆਂ ਭਲਾ? ਵੀ ਨਹੀਂ ਜੀ ਇਹ ਤੇ ਵਚਨ ਦੇ ਵਿੱਚ ਲਿਖਿਆ ਹੀ ਹੈ। ਲਿਖਿਆ ਵਚਨ ਦੇ ਵਿੱਚ ਹੈਗਾ
ਧਰਮੀ ਸਤਾਇਆ ਜਾਊਗਾ, ਪਰ ਉਹ ਧਰਮੀ ਦੇ ਸਤਾਏ ਜਾਣ ਦੀ ਵਜ੍ਹਾ ਕੁਝ ਹੋ ਰਿਹਾ। ਇਹ ਵਜ੍ਹਾ ਨਹੀਂ ਕਿ ਅਸੀਂ ਲੋਕਾਂ ਨੂੰ ਮੌਕਾ ਦਈਏ। ਇਸ ਕਰਕੇ ਅਸੀਂ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਣਾ ਆ। ਅਸੀਂ ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਵਿੱਚ ਆਪਣੀ ਬੁੱਧੀ ਦੇ ਗਿਆਨ ਨੂੰ ਕਦੇ ਵੀ ਮਿਕਸ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਦੁਬਾਰਾ ਆ ਜਾਓ ਜੀ ਉਸੇ ਥਾਂ ਦੇ ਉੱਤੇ 17 ਆਇਤ ਦੇ ਉੱਤੇ 16 ਦੀ 17 ਮਰਕਜ਼। और विश्वास करने वालों में ये चिन्ह होंगे। ਵਿਸ਼ਵਾਸ ਕਰਨ ਵਾਲਿਆਂ ਦੇ ਨਾਲ ਇਹ ਚਿੰਨ੍ਹ ਹੋਣਗੇ। ਇਹਦੇ ਵਿੱਚ ਕੋਈ ਬੰਦਾ ਵੀ ਹੋ ਸਕਦਾ ਆ। ਇੱਥੇ ਇਹ ਨਹੀਂ ਲਿਖਿਆ ਵੀ ਜਿਹੜਾ ਵਿਸ਼ਵਾਸ ਕਰਕੇ ਤੇ ਆਪਣਾ ਧਰਮ, ਜਾਤੀ, ਮਜ਼ਹਬ, ਈਮਾਨ ਛੱਡ ਕੇ ਤੇ ਇੱਧਰ ਆਊਗਾ। ਇੱਧਰ ਸਿਰਫ ਕੀ ਵਿਸ਼ਵਾਸ ਕਰਨਾ ਹੈ ਜਿਹਦੇ ਵਿੱਚ ਨਿਸ਼ਾਨ ਹੋਣਗੇ ਕਿ ਪ੍ਰਭੂ ਯਿਸੂ ਮਸੀਹ ਹੀ ਮੁਕਤੀ दाता है। ਜ਼ਮੀਨ ਦੇ ਉੱਤੇ, ਅਸਮਾਨ ਦੇ ਹੇਠਾਂ ਕੋਈ ਦੂਸਰਾ ਨਾਮ नहीं देता ਹੈ ਹੀ ਨਹੀਂ। यस। ਇੱਕੋ ਹੀ ਨਾਮ ਦਿੱਤਾ ਗਿਆ ਇਸ ਜ਼ਮੀਨ ਦੇ ਉੱਤੇ ਗੁਨਹਗਾਰ ਦੀ ਨਜ਼ਾਤ ਦੇ ਵਾਸਤੇ। ਹੋਰ ਕੋਈ ਦੂਜਾ ਨਾਮ ਹੈ ਨਹੀਂ ਹੈ। ਔਰ ਜਿਹੜਾ ਇਸ ਨਾਮ ਦੇ ਵਿੱਚ ਵਿਸ਼ਵਾਸ ਕਰਦਾ ਆ, ਉਹਦੇ ਅੱਗਿਓਂ ਫਿਰ ਸਟੈਪ ਬਾਏ ਸਟੈਪ ਆ ਕਿ ਉਹਨੇ ਕੀ ਕੀ ਕਰਨਾ ਹੈ। ਲੇਕਿਨ ਮੁੱਢਲੀ ਤਾਲੀਮ ਦੇ ਵਿੱਚ ਜਦੋਂ ਅਸੀਂ ਜਾਵਾਂਗੇ ਤੇ ਐਸੀ ਕੋਈ ਸਿੱਖਿਆ ਨਹੀਂਗੀ, ਐਸੀ ਕੋਈ ਸਿੱਖਿਆ ਨਹੀਂਗੀ ਕਿ ਅਸੀਂ ਪੈਂਦੀ ਸੱਟੇ ਕਰੀਏ ਕਿ ਤੂੰ ਆ ਕੰਮ ਕਰਨੇ ਆ ਤੇ ਫਿਰ ਤੇਰੇ ਜੀਵਨ ਦੇ ਵਿੱਚ ਕੀ ਹੋਣਾ ਭਲਾ। ਔਰ ਇੱਥੇ ਹੁਣ ਸਿਰਫ ਉਹ ਜਿਹਦੇ ਵਿੱਚ ਦੁਸ਼ਟ ਆਤਮਾ ਨਿਕਲਣਾ ਉਹਦੇ ਲਈ ਨਹੀਂ ਗੱਲ ਕੀਤੀ ਜਾ ਰਹੀ। ਇੱਥੇ ਤੇ ਜਿਹਨਾਂ ਕੱਢਣਾ ਉਹਨਾਂ ਦੀ ਗੱਲ ਹੋ ਰਹੀ ਆ ਹੁਣ। ਹਾਲੇਲੂਇਆ। ਸੋ ਜਿਹਨਾਂ ਨੇ ਕੱਢਣਾ ਆ ਉਹਨਾਂ ਦੇ ਬਾਰੇ ਕੀ ਲਿਖਿਆ? ਜਿਹੜਾ ਵਿਸ਼ਵਾਸ ਕਰੇ। ਹਾਂਜੀ ਅੱਗੇ वालों में ये चिन्ह होंगे। ਪਹਿਲਾਂ 16 ਨੂੰ ਪੜ੍ਹ ਦਿਓ। ਜਿਹੜਾ ਵਿਸ਼ਵਾਸ ਕਰੇ। जो विश्वास करे ਹਾਂ और बपतिस्मा ਹਾਂਜੀ, ले। ਜਿਹੜਾ ਵਿਸ਼ਵਾਸ ਕਰੇ ਤੇ ਕੀ ਕਰੇ? बपतिस्मा ले, ਉਹਦੇ ਲਈ ਕੀ ਕੰਡੀਸ਼ਨ ਹੈ ਭਲਾ? ਉਹ ਬਚਾਇਆ ਜਾਊਗਾ। उसी का उद्धार होगा। ਠੀਕ ਹੈ। ਮੁਕਤੀ ਦੇ ਲਈ ਕੀ ਜ਼ਰੂਰੀ ਹੈ ਭਲਾ? बपतिस्मा ਨਹੀਂ ਪਿੱਛੇ ਜਦੋਂ ਪਹਿਲਾਂ ਮੁਕਤੀ ਦੇ ਲਈ ਕੀ ਜ਼ਰੂਰੀ ਭਲਾ? विश्वास। ਮੁਕਤੀ ਦੇ ਲਈ ਕੀ ਹੈ ਭਲਾ ਜ਼ਰੂਰੀ? विश्वास। ਬਿਨਾਂ ਵਿਸ਼ਵਾਸ ਤੋਂ ਮੁਕਤੀ ਦਾ ਤੇ ਸਿਸਟਮ ਭੁੱਲ ਜਾਓ। ਤੇ ਇੱਥੇ ਹੁਣ ਗੱਲ ਕਿਹੜੀ ਹੋ ਰਹੀ ਹੈ 16 ਵਰਸ ਦੇ ਵਿੱਚ? जो विश्वास करे। ਮੁਕਤੀ ਦੇ ਸੰਬੰਧ ਦੇ ਵਿੱਚ ਗੱਲ ਹੋ ਰਹੀ ਹੈ। ਜਦੋਂ ਅਸੀਂ ਮਿਕਸ ਕਰਕੇ ਬੱਚੇ ਨੂੰ ਸੁਣਾਉਂਦੇ ਫਿਰ ਉਦੋਂ ਗੜਬੜ ਹੁੰਦੀ ਹੈ। ਇਹ ਜਿਹੜੀ ਆਇਤ ਹੈ ਕਿਸ ਸੰਬੰਧ ਦੇ ਵਿੱਚ ਆ? ਮੁਕਤੀ ਦੇ ਸੰਬੰਧ ਦੇ ਵਿੱਚ। ਮੁਕਤੀ ਦੇ ਲਈ ਕੀ ਜ਼ਰੂਰੀ ਭਲਾ? ਸਾਨੂੰ ਪ੍ਰਭੂ ਯਿਸੂ ਮਸੀਹ ਦੇ ਉੱਤੇ ਵਿਸ਼ਵਾਸ ਕਰਨਾ ਜ਼ਰੂਰੀ ਹੈ। ਲੇਕਿਨ ਸ਼ਿਫਾ ਦੇ ਲਈ ਸਿਸਟਮ ਅਲੱਗ ਹੈ। ਕਿਸੇ ਦੇ ਚੰਗਿਆਈ ਦੇ ਲਈ ਸਿਸਟਮ ਅਲੱਗ ਹੈ। ਪ੍ਰਭੂ ਯਿਸੂ ਮਸੀਹ ਤੇ ਈਮਾਨ ਲਿਆਏ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਇੱਕ ਗੱਲ ਤੇ ਪੱਕੀ ਹੈ। ਹਾਂਜੀ ਇਸ ਆਇਤ ਨੂੰ ਪੂਰਾ ਕਰੀਏ ਫਿਰ ਉਹਨੂੰ ਖੋਲਦੇ ਆ ਗੱਲ ਨੂੰ। जो विश्वास करे और बपतिस्मा ले, उसी का उद्धार होगा। ਉਸੇ ਦਾ ਉਦਾਰ ਹੋਗਾ। परंतु जो विश्वास ना करेगा वह दोषी ठहराया जाएगा। ਜਿਹੜਾ ਵਿਸ਼ਵਾਸ ਨਹੀਂ ਕਰਦਾ ਉਹ ਤੇ ਪੱਕੀ ਗੱਲ ਆ। ਕੀ ਹੋ ਗਿਆ ਭਲਾ? दोषी ठहराया। ਇੱਕ ਗੱਲ ਤੇ ਪੱਕੀ ਹੈ ਵੀ ਜਿਹਨੇ ਮੁਕਤੀ ਨੂੰ ਪਾਉਣਾ ਆ ਉਹਦੇ ਲਈ ਕੀ ਜ਼ਰੂਰੀ ਹੈ ਭਲਾ? ਵਿਸ਼ਵਾਸ ਜ਼ਰੂਰੀ ਹੈ। ਹੁਣ ਆ ਜੇ ਚੰਗਿਆਈ ਦੇ ਉੱਤੇ ਵੀ ਚੰਗਿਆਈ ਪਾਉਣ ਵਾਲਿਆਂ ਦੇ ਨਾਲ ਵੀ ਇਹ ਗੱਲ ਕੀਤੀ ਗਈ ਆ ਪ੍ਰਭੂ ਯਿਸੂ ਮਸੀਹ ਨੇ। ਪਰ ਉੱਥੇ ਗੱਲ ਜਿਹੜੀ ਆ ਕਾਹਦੇ ਲਈ ਹੈ ਭਲਾ? ਜਿਹੜੀ ਉੱਥੇ ਗੱਲ ਇੱਥੇ ਕੀਤੀ ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਵਿਸ਼ਵਾਸ ਕਰੇ ਤੇ ਬਪਤਿਸਮਾ ਲਵੇ। ਇੱਥੇ ਦੋ ਕਰਮ ਕਰਨੇ ਆ। ਵਿਸ਼ਵਾਸ ਕਰਨਾ ਹੈ ਤੇ ਬਪਤਿਸਮਾ ਲੈਣਾ। ਇਹ ਦੋ ਕੰਮ ਗੱਲ ਨਹੀਂ ਕਰਨੇ ਭਲਾ, ਤੁਸੀਂ ਮੁਕਤੀ ਦੇ ਵਾਸਤੇ ਕਰਨੇ ਆ। ਲੇਕਿਨ ਜਦੋਂ ਚੰਗਿਆਈ ਦੀ ਗੱਲ ਆ ਗਈ ਹੈ, ਠੀਕ ਹੈ ਜੀ, ਪਹਿਲਾਂ ਸਾਡੇ ਜੀਵਨ ਦੇ ਵਿੱਚ ਚੰਗਿਆਈ ਹੋਗੀ ਤਾਂ ਹੀ ਤੇ ਅਸੀਂ ਬਪਤਿਸਮਾ ਲਵਾਂਗੇ ਨਾ। ਹਾਂਜੀ, ਅਸੀਂ ਜਿੰਨੇ ਵੀ ਗੈਰ ਕੌਮਾਂ ਹੋਏ ਸਾਡੇ ਜ਼ਿੰਦਗੀ ਕੋਈ ਨਾ ਕੋਈ ਕੰਮ ਆਇਆ ਤੇ ਤਾਂ ਅਸੀਂ ਬਪਤਿਸਮੇ ਦੀ ਹਾਲਤ ਤੱਕ ਪਹੁੰਚੇ ਹਾਂ। ਤੇ ਜੇ ਅਸੀਂ ਕਹੀ ਵੀ ਨਹੀਂ ਪਹਿਲਾਂ ਤੋਂ ਬਪਤਿਸਮਾ ਲਿਆ ਫਿਰ ਤੇਰੀ ਪ੍ਰਾਰਥਨਾ ਕੀਤੀ ਜਾਊਗੀ ਤੇਰੀ ਚੰਗਿਆਈ ਵਾਸਤੇ, ਤੇ ਕੀ ਇਹ ਬਾਈਬਲ ਦੇ ਅਨੁਸਾਰ ਠੀਕ ਹੈ? ਇਸ ਪਰਿਵਾਰ ਦੇ ਨਾਲ ਉਹ ਸਭ ਕੁਝ ਕੀਤਾ ਗਿਆ। ਇਸ ਪਰਿਵਾਰ ਦੇ ਨਾਲ ਕੀ ਕੀਤਾ ਗਿਆ? ਇਹ ਸਭ ਅਸੀਂ ਵਚਨ ਚੋਂ ਰੈਫਰੈਂਸ ਕਰ ਲੈਨੇ ਆ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਹੇ ਖਾਲੀ ਤੁਸੀਂ ਵਿਰੋਧ ਕਰਨਾ ਹੀ ਸਿੱਖਿਆ, ਖਾਲੀ ਤੁਸੀਂ ਦੂਜੇ ਸੇਵਕਾਂ ਤੇ ਤੁਹਾਨੂੰ ਗੱਲਾਂ ਹੀ ਕਰਨੀਆਂ ਆਉਂਦੀਆਂ, ਤੁਹਾਨੂੰ ਹੋਰ ਕੋਈ ਕੰਮ ਹੈ ਨਹੀਂ। ਜਦੋਂ ਹਕੀਕਤ ਦੱਸੀ ਕੋਈ ਗੱਲ ਇਹ ਅੱਗੇ ਜਵਾਬ ਦੇ ਨਾ। ਤੁਹਾਡੇ ਕੋਲ ਤਾਂ ਲੱਗਦਾ ਤੁਹਾਡੇ ਕੋਲ ਵਚਨ ਦਾ ਗਿਆਨ ਹੈ ਨਹੀਂ, ਲੱਗਦਾ ਤੁਹਾਨੂੰ ਤੁਸੀਂ ਵਚਨ ਵਗੈਰਾ ਦਾ ਤੁਹਾਨੂੰ ਪਤਾ ਨਹੀਂਗਾ, ਤਾਂ ਕਰਕੇ ਤੁਸੀਂ ਟਾਈਮ ਪਾਸ ਕਰਨ ਦੇ ਲਈ ਨਾ ਫਿਰ ਇਦਾਂ ਦੀਆਂ ਗੱਲਾਂ ਅੱਗੇ ਲੈ ਕੇ ਆਉਂਦੇ ਆ। ਲੇਕਿਨ ਇਹ ਵਚਨ ਨੂੰ ਕੱਲ ਹੀ ਅਸੀਂ ਮੋਹਰੇ ਰੱਖਦੇ ਪਏ ਤਾਂ ਕਿ ਇਹ ਗੱਲ ਕਲੀਅਰ ਹੋ ਸਕੇ ਕਿ ਅਸੀਂ ਵਚਨ ਦੀ ਹੀ ਗੱਲ ਕਰ ਰਹੇ ਹਾਂ। ਅਸੀਂ ਵਿਰੋਧਤਾ ਨਹੀਂ ਕਰ ਰਹੇ। ਕਿਹਨੂੰ ਪੇਸ਼ ਕਰ ਰਹੇ ਭਲਾ? ਵਚਨ ਨੂੰ ਅੱਗੇ ਰੱਖ ਕੇ ਪੇਸ਼ ਕਰ ਰਹੇ ਹਾਂ ਕਿ ਜਦੋਂ ਵਚਨ ਇਸ ਚੀਜ਼ ਦੀ ਇਜਾਜ਼ਤ ਨਹੀਂ ਦਿੰਦਾ ਫਿਰ ਤੁਸੀਂ ਇਹ ਕੰਮ ਕਿਉਂ ਕਰਦੇ ਹੋ? ਤੁਸੀਂ ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਵਿੱਚ ਆਪਣੀ ਬੁੱਧੀ ਦੇ ਗਿਆਨ ਨੂੰ ਮਿਲਾਉਂਦੇ ਕਿਉਂ? ਇਹ ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਵਿੱਚ ਬੁੱਧੀ ਦੇ ਗਿਆਨ ਨੂੰ ਮਿਲਾਇਆ ਤੇ ਅੱਜ ਇਹ ਰਿਜ਼ਲਟ ਆਇਆ। ਜੇ ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਵਿੱਚ ਬੁੱਧੀ ਦੇ ਗਿਆਨ ਨੂੰ ਨਾ ਮਿਲਾਇਆ ਜਾਂਦਾ ਤੇ ਇਹ ਰਿਜ਼ਲਟ ਨਹੀਂ ਸੀ ਹੋਣਾ। ਅੱਜ ਪ੍ਰਭੂ ਯਿਸੂ ਮਸੀਹ ਦੀ ਬਦਨਾਮੀ ਨਹੀਂ ਸੀ ਹੋਣੀ, ਅੱਜ ਮਸੀਹਤ ਦੀ ਬਦਨਾਮੀ ਨਹੀਂ ਸੀ ਹੋਣੀ, ਅੱਜ ਸੇਵਕਾਂ ਉੱਤੇ ਉਂਗਲੀਆਂ ਨਹੀਂ ਸੀ ਉੱਠਣੀਆਂ,
ਅੱਜ ਮਸੀਹਤ ਦੇ ਵਿੱਚ ਲੋਕਾਂ ਨੂੰ ਤਮਾਸ਼ਬੀਨ ਨਹੀਂ ਕਿਹਾ ਜਾਣਾ ਸੀ। ਅੱਜ ਮਸੀਹਤ ਇਹ ਕਰਕੇ ਉਂਗਲੀਆਂ ਨਹੀਂ ਸੀ ਉੱਠਣੀਆਂ। ਇਹ ਲੋਕਾਂ ਨੂੰ ਭਰਮਾਉਂਦੇ ਆ। ਇਹ ਲੋਕ ਕੀ ਕਰਦੇ? ਲੋਕਾਂ ਨੂੰ ਭਰਮਾਉਂਦੇ ਆ। ਅਸੀਂ ਸਹੀ ਰਾਹ ਤੇ ਚੱਲੀਏ, ਲੋਕੀ ਇਹ ਸ਼ਬਦ ਕਹਿਣ, ਫਿਰ ਕੋਈ ਗੱਲ ਨਹੀਂ। ਪਰ ਜਦੋਂ ਅਸੀਂ ਆਪ ਵਾਕਈ ਭਰਮਾਉਣ ਵਾਲੇ ਕੰਮ ਕਰਦੇ ਆ ਤੇ ਫਿਰ ਇਹਦਾ ਮਤਲਬ ਅਸੀਂ ਗਲਤ ਟਰੈਕ ਦੇ ਉੱਤੇ ਚੱਲ ਰਹੇ ਆ। ਤੇ ਇਹਨਾਂ ਨੇ ਉਹਨੂੰ ਕੀਤਾ ਵੀ ਨਹੀਂ ਜੀ, ਤੁਸੀਂ ਪਹਿਲਾਂ ਇਹ ਸਾਰਾ ਕਰਮ ਕਰੋ। ਅਗਲਿਆਂ ਦੀ ਬੋਦੀ ਵੀ ਕਟਵਾਤੀ ਤੁਸੀਂ, ਅਗਲਿਆਂ ਦਾ ਜਨੇਊ ਵੀ ਲਵਾਤਾ ਤੁਸੀਂ। ਇੰਨਾ ਕੁਝ ਕਰਨ ਤੋਂ ਬਾਅਦ ਤੇ ਫਿਰ ਉਹਨਾਂ ਤੇ ਕਿਰਪਾ ਹੋ ਜਾਣੀ ਚਾਹੀਦੀ ਸੀ। ਜਿਨ੍ਹਾਂ ਨੇ ਆਪਣਾ ਸਭ ਕੁਝ ਛੱਡ ਦਿੱਤਾ ਤੇ ਉਹਨਾਂ ਤੇ ਕਿਰਪਾ ਹੋਣੀ ਚਾਹੀਦੀ ਸੀ। ਪਰ ਕਿਉਂ? ਕਿਉਂਕਿ ਉਹਨਾਂ ਨੂੰ ਗਲਤ ਟਰੈਕ ਤੇ ਲੈ ਗਏ ਇਹ। ਅਸੀਂ ਬੱਚੇ ਕੀ ਪੜਿਆ? ਜਿਹੜਾ ਵਿਸ਼ਵਾਸ ਕਰੇ ਅਤੇ ਬਪਤਿਸਮਾ ਲਵੇ ਸੋ ਬਚਾਇਆ। ਗੱਲ ਤੇ ਹੁਣ ਉੱਥੇ ਉਹਨਾਂ ਸਮਝਾਉਣੀ ਸੀ ਵੀ ਆ ਤੁਹਾਡੀ ਬੇਟੀ ਦੇ ਇਸ ਜੀਵਨ ਨੂੰ ਬਚਾਉਣ ਦੀ ਗੱਲ ਨਹੀਂ ਇੱਥੇ ਹੋ ਰਹੀ। ਅਗਰ ਇਹਦਾ ਸਮਾਂ ਪੂਰਾ ਹੋ ਗਿਆ ਆ ਤੇ ਹੁਣ ਵੀ ਇੱਕ ਕੰਮ ਦਾ ਵੇਲਾ ਹੈਗਾ ਕਿ ਜਿਸਮ ਦੇ ਵਿੱਚ ਬੇਸ਼ੱਕ ਇਹਦੀ ਮੌਤ ਹੋ ਜਾਵੇ, ਲੇਕਿਨ ਉਹ ਜਿਹੜੀ ਹਮੇਸ਼ਾ ਦੀ ਮੌਤ ਤੋਂ ਇਹ ਬਚ ਸਕਦੀ ਹੈ। ਤੁਸੀਂ ਗਿਆਨ ਦਿਓ ਨਾ ਸਹੀ ਉਹਨੂੰ, ਪਰਮੇਸ਼ਵਰ ਦੀ ਇੱਛਾ ਦਾ ਗਿਆਨ ਉਹਨੂੰ, ਪਰਮੇਸ਼ਵਰ ਦੀ ਇੱਛਾ ਦਾ ਗਿਆਨ ਦਿਓ। ਜਦੋਂ ਪਾਸਟਰ ਫਿਨੀ ਸਾਹਿਬ ਗਏ ਨਾ ਕਮਲਜੀਤ ਦੇ ਘਰ ਤੇ ਉਹਦੇ ਬੇਟੇ ਦੀ ਹਾਲਤ ਜਦੋਂ ਦੇਖੀ ਉਹਨਾਂ ਨੇ ਤੇ ਉਹਨਾਂ ਨੇ ਇਹ ਕਿਹਾ ਵੀ ਇਹ ਠੀਕ ਹੋ ਜਾਓ। ਕਹਿੰਦੇ ਇਹਦੇ ਠੀਕ ਹੋਣ ਦੀ ਗੱਲ ਨਾ ਕਰੋ ਤੁਸੀਂ। ਤੇ ਅੱਜ ਉਲਟਾ ਕੀ ਹੁੰਦਾ? ਨਹੀਂ ਜੀ ਅਸੀਂ ਆ ਗਏ, ਬਸ ਹੁਣ ਠੀਕ ਹੋਏ ਲਓ। ਇਹ ਤੇ ਮੈਨੂੰ ਹੀ ਅੜਿਕਣਾ, ਮੈਂ ਆਉਣਾ ਸੀ ਤੇ ਠੀਕ ਹੋਣਾ ਸੀ, ਬਸ ਗੱਲ ਖਤਮ ਹੋਈ। ਤੇ ਉਹਨਾਂ ਨੇ ਉੱਥੇ ਜਾ ਕੇ ਕੀ ਮੈਸੇਜ ਦਿੱਤਾ ਭਲਾ? ਕਹਿੰਦੇ ਇਹਨੂੰ ਭੁੱਲ ਜਾਓ ਤੁਸੀਂ ਬੇਟੇ ਨੂੰ। ਜੇ ਤੁਸੀਂ ਮੈਨੂੰ ਆਪਣੇ ਘਰ ਇਸ ਲਈ ਬੁਲਾਇਆ ਆ ਵੀ ਇਹ ਬੇਟਾ ਚੰਗਾ ਹੋਵੇ, ਫਿਰ ਤੁਸੀਂ ਗਲਤ ਬੰਦਾ ਚੁਣ ਲਿਆ। ਫਿਰ ਤੁਸੀਂ ਗਲਤ ਬੰਦਾ ਚੁਣ ਲਿਆ ਹਨ। ਮੈਂ ਤੇ ਤੁਹਾਨੂੰ ਇਹ ਦੱਸਣ ਆਇਆ ਵੀ ਤੁਸੀਂ ਇਹਨੂੰ ਤੇ ਦਿਮਾਗ 'ਚੋਂ ਕੱਢ ਦਿਓ। ਪਹਿਲਾਂ ਤੁਸੀਂ ਉਸ ਸੱਚੇ ਵਾਹਿਦ ਪਰਮੇਸ਼ਵਰ ਨੂੰ ਜਾਣੋ। ਜਦੋਂ ਤੁਸੀਂ ਉਹਨੂੰ ਜਾਣ ਗਏ, ਜੇ ਉਹਦੀ ਇਹਦੇ ਲਈ ਕੋਈ ਇੱਛਾ ਹੋਊਗੀ ਤੇ ਇਹਨੂੰ ਚੰਗਾ ਕਰਕੇ ਆਪਣੇ ਲਈ ਇਸਤੇਮਾਲ ਕਰ ਦੂਗਾ। ਤੇ ਨਹੀਂ ਤੇ ਹੁਣ ਤੁਸੀਂ ਇਹ ਦੇਖੋ ਵੀ ਜੇ ਇਸ ਸੰਸਾਰ 'ਚ ਨਾ ਰਿਹਾ ਤੇ ਅਗਲੀ ਜ਼ਿੰਦਗੀ ਇਹਦੀ ਬਚ ਜਾਵੇ। ਤੁਸੀਂ ਇਹ ਲੋਕਾਂ ਨੂੰ ਦੱਸੋ ਨਾ, ਜਿਹੜਾ ਵਿਸ਼ਵਾਸ ਕਰੇ ਤੇ ਬਪਤਿਸਮਾ ਲਵੇ ਸੋ ਹੀ ਬਚਾਇਆ ਜਾਵੇਗਾ। ਉਹ ਇਹ ਨਹੀਂ ਵੀ ਇੱਥੇ ਜਿਸਮ 'ਚ ਮਰੂਗਾ, ਨਹੀਂ, ਉਹਨੇ ਇੱਥੇ ਮਰਨਾ ਹੈ। ਉਹਦੀ ਇੱਕ ਐਕਸਪਾਇਰੀ ਡੇਟ ਪੱਕੀ 100% ਕਲੀਅਰ ਆ। ਉਹ ਮਰਨ ਲਈ ਆਇਆ। ਤੇ ਸਾਨੂੰ ਇਹ ਖੁਸ਼ਖਬਰੀ ਕਾਹਦੇ ਲਈ ਦਿੱਤੀ ਗਈ ਹੈ? ਇਸ ਮੌਤ ਤੋਂ ਬਾਅਦ ਤੁਹਾਡੇ ਲਈ ਇੱਕ ਜੀਵਨ ਆ, ਜਿਹਦੇ ਲਈ ਉਹ ਆਪ ਆਪਣਾ ਜੀਵਨ ਦੇ ਕੇ ਗਿਆ ਤੁਹਾਨੂੰ ਉਹ ਜੀਵਨ ਦੇਣ ਵਾਸਤੇ। ਤੇ ਅਸੀਂ ਉਹਨੂੰ ਗਲਤ ਟਰੈਕ ਤੇ ਕਿੱਦਾਂ ਲਗਾਏ ਭਲਾ? ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਵਿੱਚ ਅਸੀਂ ਆਪਣੀ ਬੁੱਧੀ ਦੇ ਗਿਆਨ ਨੂੰ ਐਡ ਕੀਤਾ। ਕਹੋ ਹਾਲੇਲੂਇਆ। ਜੇ ਮੈਂ ਕਹਿੰਦਾ ਮੁਰਦਾ ਜਿੰਦਾ, ਫੇਰ ਤੁਹਾਡੇ ਮੂੰਹ 'ਚ ਬੜਾ ਹਾਲੇਲੂਇਆ ਨਿਕਲਦਾ। ਸੋ ਕੀ ਸਮਝਣਾ ਸੀ ਭਲਾ? ਇਹਨਾਂ ਚੀਜ਼ਾਂ ਤੋਂ ਅਸੀਂ ਕੀ ਸਬਕ ਲੈਣਾ ਆ? ਅਸੀਂ ਕਿਸੇ ਕੋ ਜਾ ਕੇ ਇਹੋ ਜਿਹਾ ਕੋਈ ਦਾਵਾ ਨਹੀਂ ਕਰਨਾ ਜਿਹੜਾ ਸਾਡੇ ਪਰਮੇਸ਼ਵਰ ਦੀ ਸ਼ਾਨ ਨੂੰ ਘਟਾਉਂਦਾ ਹੋਵੇ। ਇਹ ਕੰਮ ਉਹਦਾ ਹੈ ਤੇ ਉਹਦੇ ਉੱਤੇ ਛੱਡੀਏ। ਅਸੀਂ ਤੇ ਉਸ ਅਨੰਤ ਜੀਵਨ ਦੀ ਗੱਲ ਉਹਦੇ ਮੋਰੇ ਰੱਖੀਏ, ਜਿਹਦੇ ਲਈ ਪ੍ਰਭੂ ਯਿਸੂ ਮਸੀਹ ਆਪਣੀ ਕੁਰਬਾਨੀ ਇਨਸਾਨ ਦੇ ਰੂਪ ਦੇ ਵਿੱਚ ਦੇ ਕੇ ਗਿਆ ਹੈ। ਮਸੀਹੀ ਲੋਕ ਤੇ ਬਿਮਾਰ ਨਹੀਂ ਹੁੰਦੇ ਜੀ। ਹਾਂਜੀ ਬੋਲੋ ਜੀ। ਅੱਜ ਜੇ ਆંકੜੇ ਕਰੋਗੇ ਤਾਂ ਮਸੀਹੀ ਜ਼ਿਆਦਾ ਬਿਮਾਰ ਆ। ਇਹ ਤਾਂ ਬਿਮਾਰ ਨਾ ਵੀ ਹੁਣ ਤੇ ਐਤਵਾਰ ਨੂੰ ਬਿਮਾਰ ਹੋ ਕੇ ਚਲੇ ਜਾਂਦੇ ਚਰਚ ਦੇ ਵਿੱਚ, ਕਿਉਂਕਿ ਨਾ ਗਵਾਹੀ ਦੇਣੀ ਹੁੰਦੀ। ਇਹਨਾਂ ਦਾ ਕਈ ਵਾਰ ਦਿਲ ਨਹੀਂ ਕਰਦਾ ਹੁੰਦਾ ਐਤਵਾਰ ਨੂੰ ਚਰਚ ਜਾਣ ਦਾ। ਫਿਰ ਇਹਨਾਂ ਨੂੰ ਹੁੰਦਾ ਵੀ ਮੈਂ ਤਾਂ ਗਵਾਹੀ ਜਾ ਕੇ ਦੇਣੀ ਹੈ। ਸ਼ਨੀਵਾਰ ਨੂੰ ਇਹਨਾਂ ਨੂੰ ਬਿਮਾਰ ਜ਼ਰੂਰ ਹੋਣਾ ਹੁੰਦਾ ਤਾਂ ਕਿ ਐਤਵਾਰ ਨੂੰ ਕੀ ਕਰਨ ਭਲਾ? ਗਵਾਹੀ ਦਿੱਤੀ ਤੋਂ ਬਿਨਾਂ ਤੇ ਇਹਨਾਂ ਨੂੰ ਚੈਨ ਨਹੀਂ ਹੋਣਾ। ਮਤਲਬ ਕਹਿੰਦੇ ਇਦਾਂ ਲੱਗਣਾ ਕੋਈ ਫੋਕਾ ਕੰਮ ਹੋ ਗਿਆ ਨਾ। ਮਜ਼ਾ ਹੀ ਕਈਆਂ ਦਾ ਤਾਂ ਕੰਮ ਹੀ ਚਰਚ 'ਚ ਜਾਂਦੇ ਸਰ ਕਿ ਅੱਜ ਮੈਂ ਗਵਾਹੀ ਦੇਣੀ ਆ। ਠੀਕ ਹੈ ਜੀ। ਤੇ ਉਹਨਾਂ ਨੂੰ ਪੁੱਛੋ ਵੀ ਪਾਪ ਕਿਹਨੇ ਛੱਡੇ, ਇਹਦੇ ਬਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਇਸ ਹਫ਼ਤੇ 'ਚ ਕਿਹੜੇ ਪਾਪ ਦੇ ਉੱਤੇ ਜਿੱਤ ਪਾਈ ਆ, ਇਸ ਚੀਜ਼ ਬਾਰੇ ਉਹਨਾਂ ਨੂੰ ਕੋਈ ਪਤਾ, ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ। ਤੇ ਪਾਪ ਤੇ ਜਿੱਤ ਪਾਏ ਤੋਂ ਬਿਨਾਂ ਤਾਂ ਚੰਗਿਆਈ ਮਿਲਦੀ ਨਹੀਂ। ਤੇ ਜਿਹੜੀ ਚੰਗਿਆਈ ਦਾ ਤੂੰ ਗਵਾਹੀ ਦੇਣਾ, ਇਹ ਚੰਗਿਆਈ ਵੀ ਕੋਈ ਹੋਰ ਹੀ ਆ। ਇਹ ਵੀ ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਵਿੱਚ ਸ਼ਾਮਲ ਨਹੀਂ ਹੈ। ਕਿਉਂਕਿ ਜਿਹੜੀ ਬਿਮਾਰੀ ਮਸੀਹੀ ਦੇ ਉੱਤੇ ਆਉਗੀ ਉਹ ਤੇ ਪਰਮੇਸ਼ਵਰ ਦੀ ਮਹਿਮਾ ਨੂੰ ਪ੍ਰਗਟ ਕਰੂਗੀ। ਉਹ ਤੇ ਤੁਹਾਡੀ ਪਵਿੱਤਰਤਾ ਨੂੰ ਵਧਾਉਣ ਦੇ ਵਾਸਤੇ, ਤੁਹਾਨੂੰ ਹੋਰ ਕਾਮਲ ਤੇ ਸਿੱਧ ਕਰਨ ਦੇ ਵਾਸਤੇ ਆਉਂਦੀ ਹੈ, ਤੁਹਾਨੂੰ ਗਿਰਾਉਣ ਦੇ ਵਾਸਤੇ ਨਹੀਂ ਆਉਂਦੀ। ਇਸ ਲਈ ਜਦੋਂ ਉਹਨੇ ਕਿਹਾ ਨਾ ਵੀ ਉਹ ਲਾਜ਼ਰ ਦੀ ਕੰਡੀਸ਼ਨ ਇਦਾਂ ਦੀ ਹੋ ਗਈ ਹੈ, ਉਹ ਕਹਿੰਦਾ ਵੀ ਇਹ ਬਿਮਾਰੀ ਜਿਹੜੀ ਨਾ ਇਹ ਪਰਮੇਸ਼ਵਰ ਦੀ ਮਹਿਮਾ ਨੂੰ ਪ੍ਰਗਟ ਕਰਨ ਦੇ ਲਈ ਹੈ। ਹਾਂਜੀ, ਉਹ
ਇਹ ਜੋ ਕੁਝ ਵੀ ਹੋ ਰਿਹਾ ਨਾ, ਇਹ ਪਰਮੇਸ਼ਵਰ ਆਪਣੀ ਮਹਿਮਾ ਨੂੰ ਪ੍ਰਗਟ ਕਰਨ ਵਾਸਤੇ ਜਾ ਰਿਹਾ ਹੈ। ਸੋ ਸਮਝਣਾ ਹੈ, ਅਸੀਂ ਇੱਕੋ ਗੱਲ ਦੇ ਉੱਤੇ ਅੱਜ ਸਮਾਪਤ ਕਰਦੇ ਹਾਂ। ਪਹਿਲਾ ਪੁਆਇੰਟ ਅਸੀਂ ਲਿਆ ਪਰਮੇਸ਼ਵਰ ਦੀ ਇੱਛਾ ਦੇ ਗਿਆਨ ਨੂੰ ਅਸੀਂ ਸਮਝਣਾ ਹੈ। ਨੰਬਰ 1 ਪਹਿਲਾਂ ਅਸੀਂ ਕੀ ਸਿੱਖਿਆ ਸੀਗਾ? ਪਰਮੇਸ਼ਵਰ ਦੀ ਇੱਛਾ ਨੂੰ। ਹੁਣ ਕੀ ਆ? ਪਰਮੇਸ਼ਵਰ ਦੀ ਇੱਛਾ ਦੇ ਗਿਆਨ ਨੂੰ। ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਪ੍ਰਤੀ ਅਸੀਂ ਜਾਗਰੂਕ ਹੋਣਾ ਹੈ ਤੇ ਇੱਕੋ ਗੱਲ ਪੱਲੇ ਬੰਨ੍ਹ ਲੈਣੀ ਹੈ। ਇਸੇ ਵਜ੍ਹਾ ਲਿਖਿਆ ਲਿਖੇ ਹੋਏ ਸੇ ਆਗੇ ਨਹੀਂ ਜਾਣਾ। ਇਹਦੇ ਵਿੱਚ ਕੁਝ ਵਧਾਉਣਾ ਘਟਾਉਣਾ, ਜਿੰਨਾ ਲਿਖਿਆ ਉਹੀ ਬਹੁਤ ਆ। ਜੇ ਉਹਦੇ ਉੱਤੇ ਬੰਦਾ ਚੱਲ ਜਾਵੇ ਤੇ ਉਹੀ ਕਾਫੀ ਆ। ਸਾਨੂੰ ਇਹਦੇ ਵਿੱਚ ਕੋਈ ਐਡੀਸ਼ਨ ਡਿਲੀਸ਼ਨ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜਦੋਂ ਕਰਾਂਗੇ ਉਦੋਂ ਸਾਡੇ ਖੁਦਾ ਦੀ ਬਦਨਾਮੀ ਹੋਵੇਗੀ। ਜਦੋਂ ਕਰਾਂਗੇ ਉਦੋਂ ਸਾਡੇ ਮਸੀਹਤ ਦਾ ਗਰਾਫ ਜਿਹੜਾ ਕੀ ਆਊਗਾ ਭਲਾ ਥੱਲੇ ਆਊਗਾ। ਇਸ ਲਈ ਐਸਾ ਕੋਈ ਕਰਮ ਕਰਨਾ ਨਹੀਂ ਹੈ। ਜਿੰਨਾ ਲਿਖਿਆ ਉਨਾ ਹੀ ਕਾਫੀ ਹੈ। ਇਸ ਲਈ ਉਹਨਾਂ ਨੇ ਲੰਗੜੇ ਦੇ ਨਾਲ ਕੋਈ ਇਦਾਂ ਦੀਆਂ ਕੰਡੀਸ਼ਨਾਂ ਨਹੀਂ ਰੱਖੀਆਂ। ਲੰਗੜਾ ਦੇ ਭੀਖ ਮੰਗਣ ਦੀ ਚਾਹਤ ਦੇ ਨਾਲ ਵਧਿਆ ਨਾ, ਲੇਕਿਨ ਉਹਨਾਂ ਨੇ ਉਹਨੂੰ ਐਸਾ ਬਣਾ ਦਿੱਤਾ ਕਿ ਉਹ ਗਾਂ ਲੋਕਾਂ ਨੂੰ ਭੀਖ ਦੇ ਸਕੇ। ਉੱਥੇ ਉਹਨੂੰ ਕੁਛ ਨਹੀਂ ਕਿਹਾ ਤੂੰ ਕਿਹੜੀ ਜਾਤ ਦਾ ਹੈ, ਕਿਹੜੇ ਮਜ਼ਹਬ ਦਾ ਹੈ, ਠੀਕ ਹੈ, ਤੈਨੂੰ ਹੁਣ ਆਹ ਕਰਨਾ ਪੈਣਾ ਹੈ। ਤੈਨੂੰ ਹੁਣ ਤੂੰ ਹੋ ਸਕਦਾ ਜੇ ਉਹ ਯਹੂਦੀ ਵੀ ਹੋਵੇ ਤਾਂ ਹੋ ਸਕਦਾ ਤੂੰ ਬਾਕੀ ਕਰਮ ਪੂਰੇ ਕੀਤੇ ਹੋਣ, ਪਰ ਹੁਣ ਤੈਨੂੰ ਤੌਬਾ ਕਰਕੇ ਤੇ ਬਪਤਿਸਮਾ ਲੈਣ ਦੀ ਜ਼ਰੂਰਤ। ਕੋਈ ਕੀਤਾ ਉਹਦਾ ਕੋਈ ਬਪਤਿਸਮਾ ਵਗੈਰਾ? ਕੋਈ ਮੰਦਿਰ 'ਚ ਲੈ ਗਏ ਉਹਨੂੰ ਆਇਆ ਤੇਰੀ ਤੌਬਾ ਕਰਾਈਏ? ਹਾਂਜੀ, ਕੋਈ ਉਹਦੇ ਨਾਲ ਕੋਈ ਵਿਸ਼ਵਾਸ ਦੀ ਕੋਈ ਗੱਲ ਕੀਤੀ? ਇੱਥੇ ਇਹਨਾਂ ਕਿਹੜਾ ਕੰਮ ਕੀਤਾ? ਇਹਨਾਂ ਨੇ ਆਪਣੇ ਵਿਸ਼ਵਾਸ ਨੂੰ ਸਿੱਧ ਕੀਤਾ। ਉੱਥੇ ਇਹਨਾਂ ਨੇ ਕੀ ਕੀਤਾ? ਪਹਿਲਾਂ ਆਪਣੇ ਵਿਸ਼ਵਾਸ ਨੂੰ ਸਿੱਧ ਕੀਤਾ। ਸਾਡਾ ਵਿਸ਼ਵਾਸ ਆ, ਸਾਡਾ ਖੁਦਾ ਤੈਨੂੰ ਕੀ ਕਰ ਸਕਦਾ? ਚੰਗਾ ਕਰ ਸਕਦਾ ਹੈ। ਤੇ ਇਹ ਵਿਸ਼ਵਾਸ ਪਹਿਲਾਂ ਕਦੋਂ ਆਉਂਦਾ ਹੈ? ਜਦੋਂ ਅਸੀਂ ਉਹਦੀ ਇੱਛਾ ਦੇ ਗਿਆਨ ਦੀ ਪਹਿਚਾਣ ਦੇ ਵਿੱਚ ਭਰਪੂਰ ਹੁੰਦੇ ਹਾਂ। ਉਦੋਂ ਅਸੀਂ ਕਿਸੇ ਨੂੰ ਇਸ ਦਾਅਵੇ ਦੇ ਨਾਲ ਵੀ ਪ੍ਰਭੂ ਯਿਸੂ ਮਸੀਹ ਦੇ ਰਹਿਮੋ ਕਰਮ ਦੇ ਹੇਠ ਲੈ ਕੇ ਆ ਸਕਦੇ ਹਾਂ, ਕਿਉਂਕਿ ਸਾਡਾ ਵਿਵੇਕ ਗਵਾਹੀ ਦਿੰਦਾ ਹੈ। ਤੇ ਹੁਣ ਜੇ ਇਹਨਾਂ ਦਾ ਵਿਵੇਕ ਗਵਾਹੀ ਦਿੰਦਾ ਸੀ ਵੀ ਇਹ ਠੀਕ ਹੋ ਸਕਦਾ, ਕਿਉਂਕਿ ਇਹਨਾਂ ਦਾਅਵੇ ਕੀਤੇ ਉਹਨੂੰ ਠੀਕ ਕਰਨ ਦੇ, ਤੇ ਫਿਰ ਉਹ ਠੀਕ ਹੋਏ ਕਿਉਂ ਨਹੀਂ? ਦਾਅਵੇ ਕੀਤੇ ਨਾ, ਤੇ ਫਿਰ ਠੀਕ ਹੋਏ ਕਿਉਂ ਨਹੀਂ? ਇਹਦਾ ਮਤਲਬ ਕੀ ਆ? ਪਰਮੇਸ਼ਵਰ ਵੱਲੋਂ ਕੋਈ ਚਿੰਨ੍ਹ ਨਹੀਂ ਸੀ ਵੀ ਅੱਜ ਮੈਂ ਕੋਈ ਆਪਣੀ ਮਹਿਮਾ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨ ਜਾ ਰਿਹਾ ਹਾਂ। ਇਹਨਾਂ ਦੀ ਆਪਣੀ ਬੁੱਧੀ ਦਾ ਗਿਆਨ ਕੰਮ ਕਰ ਰਿਹਾ ਸੀਗਾ ਕਿ ਪਹਿਲਾਂ ਵੀ ਕੁਝ ਕਿਹਾ ਸੀਗਾ ਤੇ ਹੋ ਗਿਆ ਸੀ, ਤੇ ਅੱਜ ਵੀ ਹੋ ਜਾਣਾ, ਪਰ ਅੱਜ ਹੋਇਆ ਨਹੀਂ। ਤੇ ਉਹਨੇ ਮਸੀਹਤ ਦੇ ਵਿੱਚ ਇੱਕ ਗਿਰਾਵਟ ਨੂੰ ਲੈ ਕੇ ਆਂਦਾ। ਅਸੀਂ ਅੱਗੇ ਤੋਂ ਇਹ ਪੱਲੇ ਬੰਨੀਏ ਕਿ ਸਾਡੇ ਦੁਆਰਾ ਇਹੋ ਜਿਹੀ ਗਿਰਾਵਟ ਵਾਲਾ ਕੰਮ ਕਦੇ ਨਾ ਹੋਵੇ। ਅਸੀਂ ਕਦੇ ਕਿਸੇ ਦੇ ਨਾਲ ਇਹੋ ਜਿਹਾ ਕੋਈ ਗਲਤ ਦਾਵਾ, ਕੋਈ ਐਸਾ ਵਾਅਦਾ ਨਾ ਕਰੀਏ। ਅਸੀਂ ਇਦਾਂ ਦਾ ਕੋਈ ਚੈਲੰਜ ਕਿਤੇ ਵੀ ਨਾ ਰੱਖੀਏ। ਕਿਉਂਕਿ ਪ੍ਰਭੂ ਨੇ ਸਾਨੂੰ ਖੁਸ਼ਖਬਰੀ ਦਿੱਤੀ ਆ ਅਨੰਤ ਜੀਵਨ ਦੇ ਲਈ। ਬਾਕੀ ਜਿਹੜਾ ਚੰਗਿਆਈਆਂ ਕਰਨਾ, ਦੁਸ਼ਟ ਆਤਮੇ ਉਤਮੇ ਨਿਕਲਣੇ, ਇਹ ਉਹ ਆਪਣੀ ਮਹਿਮਾ ਦੇ ਲਈ ਸਮੇਂ ਦੇ ਉੱਤੇ ਸਾਡੇ ਤੋਂ ਬਿਨਾਂ ਹੀ ਕਰੀ ਜਾਂਦਾ ਹੈ। ਇਹਦੇ ਵਿੱਚ ਸਾਨੂੰ ਕੋਈ ਜ਼ਿਆਦਾ ਜ਼ੋਰ ਲਾਉਣ ਦੀ ਜ਼ਰੂਰਤ, ਉਹ ਆਪੇ ਹੀ ਕਰੀ ਜਾਂਦਾ ਹੈ। ਆਪ ਹੀ ਤੇ ਲਿਖਿਆ ਉਹਨੇ, ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਾਸਵਾਨ, ਕਈਆਂ ਨੂੰ ਪ੍ਰਚਾਰਕ, ਕਈਆਂ ਨੂੰ ਉਸਤਾਦ ਕਰਕੇ ਦੇ ਦਿੱਤਾ। ਆਪ ਹੀ ਤੇ ਲਿਖਿਆ ਵੀ ਆਤਮਾ ਇੱਕੋ ਹੀ ਆ, ਤੇ ਉਹਦੇ ਕੰਮ ਕਰਨ ਦੇ ਵੱਖਰੇ ਲੋਕਾਂ ਦੇ ਤਰੀਕੇ ਜਿਹੜੇ ਆ, ਉਹੀ ਆਤਮਾ ਕਿਸੇ ਨੂੰ ਨਰੋਇਆ ਕਰਨ ਦੀ, ਕਿਸੇ ਨੂੰ ਕਰਾਮਾਤਾਂ ਕਰਨ ਦੀ, ਉਹੀ ਆਤਮਾ ਕਰਾਉਂਦਾ ਹਨਾ। ਤੇ ਉਹ ਆਤਮਾ ਤੇ ਸਮੇਂ ਦੇ ਉੱਤੇ ਉਹੀ ਵਚਨ ਆਤਮਾ ਦੇ ਦੁਆਰਾ ਲਿਖਿਆ ਗਿਆ, ਉਹਦੇ 'ਚ ਲਿਖਿਆ ਗਿਆ ਉਹ ਆਪਣੀ ਮਹਿਮਾ ਨੂੰ ਸਮੇਂ ਦੇ ਉੱਤੇ ਪ੍ਰਗਟ ਕਰਦਾ। ਉਹ ਆਪਣੀ ਮਹਿਮਾ ਕਦੀ ਕਿਸੇ ਨੂੰ ਦਿੰਦਾ। ਜਦੋਂ ਆਪਣੀ ਮਹਿਮਾ ਨੂੰ ਸਮੇਂ ਉੱਤੇ ਪ੍ਰਗਟ ਕਰਦਾ ਹੈ, ਜਦੋਂ ਕਿਸੇ ਨੂੰ ਦਿੰਦਾ ਹੀ ਨਹੀਂ ਆ, ਤੇ ਫਿਰ ਮੈਨੂੰ ਇਹਦੇ ਬਾਰੇ ਜ਼ੋਰ ਲਾਉਣ ਦੀ ਜ਼ਰੂਰਤ ਨਹੀਂ। ਮੈਂ ਤੇ ਪਵਿੱਤਰਤਾ ਦੇ ਪੈਮਾਨੇ ਵੱਲ ਦੇਖਾਂ ਕਿ ਮੈਂ ਕਿੱਧਰ ਨੂੰ ਜਾ ਰਿਹਾ, ਕਿੰਨਾ ਵੱਧ ਰਿਹਾ, ਕਿੰਨਾ ਅਜੇ ਮੈਂ ਪਿੱਛੇ ਆ, ਕਿੰਨਾ ਮੈਨੂੰ ਹੋਰ ਜ਼ੋਰ ਲਾਉਣ ਦੀ ਜ਼ਰੂਰਤ ਹੈ। ਮੈਂ ਤੇ ਉਸ ਪਾਸੇ ਨੂੰ ਵਧਾਂ, ਉਸ ਟਰੈਕ ਦੇ ਉੱਤੇ ਚੱਲਾਂ ਜਿਹਦੇ ਵਿੱਚ ਮੈਂ ਲੋਕਾਂ ਤੱਕ ਅਨੰਤ ਜੀਵਨ ਦੇ ਇਸ ਪੈਗਾਮ ਨੂੰ ਪਹੁੰਚਾਵਾਂ ਕਿ ਬੇਸ਼ੱਕ ਉਹ ਕਿਸੇ ਸਟੇਜ ਤੇ ਜਾ ਕੇ, ਬੇਸ਼ੱਕ ਉਹ ਬਿਮਾਰ ਵੀ ਰਹਿ ਜਾਣ, ਪਰ ਨਜਾਤ ਨੂੰ ਕੀ ਕਰਨ? ਭਲਾ ਪਾ ਲੈਣ। ਹੁਣ ਉਹ ਕੁੜੀ ਨਾ ਤੇ ਬਿਮਾਰੀ ਤੋਂ ਨਜਾਤ ਪਾ ਸਕੀ ਤੇ ਨਾ ਉਹਦੀ ਉਦਾਂ ਨਜਾਤ ਹੋ ਸਕੀ, ਉਹ ਦੋਨੇ ਕੰਮਾਂ ਤੋਂ। ਤੇ ਜੇ ਕਿਤੇ ਕਾਸ਼ ਕਿ ਕਿਤੇ ਬੁੱਧੀ ਆਪਣੀ ਦਾ ਗਿਆਨ ਜਿਹੜਾ ਸੀਗਾ ਉਹ ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਵਿੱਚ ਨਾ ਮਿਲਾਉਂਦੇ ਤੇ ਉਹਨੂੰ ਸਿੱਧਾ ਕਹਿੰਦੇ, ਅਗਰ ਪਰਮੇਸ਼ਵਰ ਦੇ ਨਾਲ ਨਾਤਾ ਹੁੰਦਾ, ਪਰਮੇਸ਼ਵਰ ਕੋਈ ਸਿਗਨਲ ਦਿੰਦਾ ਤਾਂ ਉਹਨੂੰ ਕਹਿੰਦੇ ਬੇਟਾ ਤੇਰਾ ਹੁਣ ਟਾਈਮ ਆ ਗਿਆ ਜੀ, ਪ੍ਰਭੂ ਤੈਨੂੰ ਲੈ ਕੇ ਜਾ ਰਿਹਾ ਜੀ, ਠੀਕ ਹੈ। ਤੇ ਹੁਣ ਤੇ ਕੋਈ ਇੱਕ ਚੁਆਇਸ ਹੈਗੀ ਆ ਵੀ ਹੁਣ ਤੂੰ ਭਾਵੇਂ ਇੱਥੇ ਤੇਰੀ ਜਾਨ ਨਿਕਲ ਜਾਵੇ ਤੇ ਭਾਵੇਂ ਹਸਪਤਾਲ 'ਚ ਜਾ ਕੇ ਨਿਕਲੇ, ਤੇਰਾ ਸਮਾਂ ਤੇ ਜਿਹੜਾ ਪਰਮੇਸ਼ਰ ਟਰਾਇਆ ਉਹ ਤੇ ਹੋ ਗਿਆ ਪੂਰਾ। ਪਰ ਤੇ ਕੋਈ ਇੱਕ ਆਪਸ਼ਨ ਹੈਗਾ,
ਤੂੰ ਅਗਲੀ ਮੌਤ ਤੋਂ ਬਚ ਸਕਦੀ ਹੈ। ਤੇ ਕਾਸ਼ ਕਿਤੇ ਉਹਨੂੰ ਇਹ ਗਿਆਨ ਦੇ ਕੇ ਉਹ ਤੌਬਾ ਕਰਕੇ ਕਿਤੇ ਪ੍ਰਭੂ ਯਿਸੂ ਮਸੀਹ ਨੂੰ ਜੀਵਨ ਦੇ ਦਿੰਦੀ, ਤੇ ਉਹ ਅਗਲੀ ਅਨੰਤ ਮੌਤ ਤੋਂ ਕੀ ਹੋ ਸਕਦੀ ਸੀ? ਬਚ ਸਕਦੀ ਸੀ। ਪਰ ਇਹ ਉਹਨੂੰ ਉਸ ਅਨੰਤ ਮੌਤ ਤੋਂ ਵੀ ਨਹੀਂ ਬਚਾ ਸਕੇ। ਕਿਉਂਕਿ ਇਹਨਾਂ ਨੇ ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਵਿੱਚ ਆਪਣੀ ਬੁੱਧੀ ਦੇ ਗਿਆਨ ਨੂੰ ਕੀ ਕੀਤਾ? ਮਿਕਸ ਕਰ ਦਿੱਤਾ। ਆਪਣੀ ਅੱਖਾਂ ਨੂੰ ਬੰਦ ਕਰਦੇ ਹਾਂ, ਸਿਰਾਂ ਝੁਕਾਉਂਦੇ ਹਾਂ, ਔਰ ਅਸੀਂ ਅੱਜ ਇਹ ਫੈਸਲਾ ਲਵਾਂਗੇ ਕਿ ਸਾਡੇ ਜੀਵਨ ਦੇ ਵਿੱਚ ਸਾਡੇ ਤੋਂ ਕੋਈ ਐਸਾ ਕੰਮ ਨਾ ਹੋਵੇ ਜਿਹਦੇ ਕਾਰਨ ਕੋਈ ਠੋਕਰ ਖਾਵੇ। ਸਾਡੀ ਗਲਤੀ ਦੇ ਕੰਮ ਦੇ ਕਾਰਨ ਨਾ ਕੋਈ ਠੋਕਰ ਖਾਵੇ, ਅਸੀਂ ਸਹੀ ਟਰੈਕ ਤੇ ਚੱਲੀਏ। ਉਹਦੇ ਬਾਵਜੂਦ ਅਗਰ ਕਿਸੇ ਨੂੰ ਠੋਕਰ ਲੱਗੇ ਤੇ ਉਹਦਾ ਜੁੰਮਾ ਪਰਮੇਸ਼ਵਰ ਦਾ ਆ, ਅਸੀਂ ਬੇਕਸੂਰ ਨਿਕਲਾਂਗੇ। ਸੋ ਅਸੀਂ ਪਰਮੇਸ਼ਵਰ ਦੀ ਇੱਛਾ ਦੇ ਗਿਆਨ ਦੇ ਵਿੱਚ ਕਦੇ ਵੀ ਆਪਣੇ ਬੁੱਧੀ ਦੇ ਗਿਆਨ ਨੂੰ ਮਿਲਾਉਣ ਦੀ ਕੋਸ਼ਿਸ਼ ਨਾ ਕਰੀਏ। ਖੁਦਾਵੰਦ ਜਿਨ੍ਹਾਂ ਨੇ ਵੀ ਤੇਰੇ ਵਚਨ ਨੂੰ ਸੁਣਿਆ ਜਾਂ ਜਿਨ੍ਹਾਂ ਤੱਕ ਇਹ ਪਹੁੰਚੇ ਖੁਦਾਵੰਦ, ਉਹ ਇਸ ਵਚਨ ਦੀ ਗਹਿਰਾਈ ਨੂੰ ਸਮਝ ਸਕਣ ਖੁਦਾਵੰਦ, ਕਿ ਤੇਰਾ ਆਤਮਾ ਕਲੀਸਿਆ ਨੂੰ ਕਹਿਣਾ ਕੀ ਚਾਹੁੰਦਾ ਹੈ ਖੁਦਾਵੰਦ। ਹੋ ਸਕਦਾ ਵਚਨ ਨੂੰ ਪੇਸ਼ ਕਰਦੇ ਵਕਤ ਕੋਈ ਸ਼ਬਦ ਜਿਸ ਤਰੀਕੇ ਦੇ ਨਾਲ ਦੱਸਣੇ ਚਾਹੀਦੇ ਸੀ, ਹੋ ਸਕਦਾ ਮੇਰੇ ਕੋਲੋਂ ਉਸ ਤਰੀਕੇ ਦੇ ਨਾਲ ਪੇਸ਼ ਨਾ ਕੀਤੇ ਗਏ ਹੋਣ, ਪਰ ਤੁਸੀਂ ਸੁਣਨ ਵਾਲਿਆਂ ਦੀ ਬੁੱਧੀ ਦਾ ਜੁੰਮਾ ਲਓ ਤਾਂ ਕਿ ਉਹ ਉਸ ਗੱਲ ਨੂੰ ਸਮਝ ਸਕਣ ਜਿਹੜੀ ਤੁਹਾਡਾ ਆਤਮਾ ਸਮਝਾਉਣਾ ਚਾਹੁੰਦਾ ਹੈ। ਇੱਕ ਇੱਕ ਜ਼ਿੰਦਗੀ ਨੂੰ ਤੁਹਾਡੇ ਮੁਬਾਰਕ ਹੱਥਾਂ 'ਚ ਦਿੰਦੇ ਆ, ਤੁਹਾਡਾ ਰਹਿਮ ਮੰਗ ਲੈਂਦੇ ਆ ਖੁਦਾਵੰਦ। ਜਿਹੜਾ ਵੀ ਇਸ ਵਚਨ ਨੂੰ ਸੁਣੇ ਉਹ ਤੇਰੀ ਇੱਛਾ ਦੇ ਗਿਆਨ ਦੀ ਪਹਿਚਾਨ ਦੇ ਵਿੱਚ ਭਰਪੂਰ ਹੁੰਦਾ ਜਾਵੇ। ਹਾਲੇਲੂਇਆ। तेरा शुक्र हो। आराधना हो तेरी, आराधना हो मेरे प्यारे यसु, तेरी आराधना हो। आराधना हो तेरी, आराधना हो मेरे प्यारे यसु, तेरी आराधना हो। आराधना हो तेरी, आराधना हो मेरे प्यारे यसु, तेरी आराधना हो। चंगा करने वाले तेरी आराधना हो, चंगा करने वाले तेरी आराधना हो। आराधना हो तेरी, आराधना हो मेरे प्यारे यसु, तेरी आराधना हो। आराधना हो तेरी, आराधना हो मेरे प्यारे यसु, तेरी आराधना हो। शिफा देने वाले तेरी आराधना हो, शिफा देने वाले तेरी आराधना हो। आराधना हो तेरी, आराधना हो मेरे प्यारे यसु, तेरी आराधना हो। आराधना हो तेरी, आराधना हो मेरे प्यारे यसु, तेरी आराधना हो। जीवन देने वाले तेरी आराधना हो, जीवन देने वाले तेरी आराधना हो। आराधना हो तेरी, आराधना हो मेरे प्यारे, आराधना हो। आराधना हो तेरी, आराधना हो मेरे प्यारे यसु, तेरी आराधना हो। बुद्धि देने वाले तेरी आराधना हो, बुद्धि देने वाले तेरी आराधना हो। आराधना हो तेरी, आराधना हो मेरे प्यारे यसु, तेरी आराधना हो। आराधना हो तेरी, आराधना हो मेरे प्यारे यसु, तेरी आराधना हो। तेरी आराधना हो तेरी, आराधना हो तेरी आराधना हो, तेरी आराधना हो तेरी आराधना हो, तेरी आराधना हो। ਪਿਆਰੇ ਖੁਦਾ ਤੇਰੇ ਬਚਨ ਦਾ ਜੋ ਬੀਜ ਬੀਜਿਆ ਗਿਆ, ਆਉਣ ਵਾਲੇ ਸਮੇਂ ਦੇ ਵਿੱਚ ਹਰੇਕ ਜ਼ਿੰਦਗੀ 'ਚ 100 ਗੁਣਾ ਫਲ ਲੈ ਕੇ ਆਵੇ। ਇੱਜ਼ਤ ਮਹਿਮਾ ਜਲਾਲ ਤੁਹਾਡੇ ਨਾਮ ਨੂੰ ਮਿਲੇ। ਸਾਡੀ ਪ੍ਰਾਰਥਨਾ ਸੁਣੋ ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ ਰੂਹ ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ तमाम ਲੋਕਾਂ ਦੇ ਨਾਲ ਬਣੀ ਰਵੇ, ਆਮੀਨ। ਹਾਲੇਲੂਇਆ। ਸਭ ਨੂੰ ਜੈ ਮਸੀਹ।